ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਜੋ ਬਾਈਡਨ ਪ੍ਰੈਜ਼ੀਡੈਂਟ ਆਫ ਅਮਰੀਕਾ, ਉਹਨਾਂ ਦੇ ਬੇਟੇ ਹੰਟਰ ਬਾਈਡਨ, ਜਿਨ੍ਹਾਂ ਦੇ ਉੱਤੇ ਦੋਸ਼ ਲੱਗਦੇ ਨੇ ਇਨਕਮ ਟੈਕਸ ਦੇ, ਟੈਕਸ ਚੋਰੀ ਦੇ, ਜਿਨ੍ਹਾਂ ਦੇ ਉੱਤੇ ਦੋਸ਼ ਲੱਗਦੇ ਨੇ ਹੋਰ ਵੀ ਕਈ ਪ੍ਰਕਾਰ ਦੇ। ਸੋ ਇਹਨਾਂ ਦੋਸ਼ਾਂ ਤੋਂ ਉਹ ਮੁਨਕਰ ਨੇ। ਕੋਰਟ ਦੇ ਵਿੱਚ ਸੁਣਵਾਈ ਵੀ ਚੱਲ ਰਹੀ ਆ, ਤਹਿਕੀਕਾਤ ਵੀ ਹੋ ਰਹੀ ਹੈ, ਪਰ ਉਹ ਕਹਿੰਦੇ ਨੇ ਕਿ ਨਹੀਂ, ਇਹ ਸਭ ਦੋਸ਼ ਫਰਜ਼ੀ ਨੇ, ਸੱਚ ਨਹੀਂ। ਜੋ ਬਾਈਡਨ ਵਾਸਤੇ ਇਹ ਸਭ ਘਟਨਾਵਾਂ ਸਿਰਦਰਦੀ ਬਣੀਆਂ ਹੋਈਆਂ ਨੇ, ਕਿਉਂਕਿ 2024 ਦੀਆਂ ਇਲੈਕਸ਼ਨਸ ਸਿਰ 'ਤੇ ਨੇ, ਤਾਂ ਵਿਰੋਧੀ ਧਿਰਾਂ ਦੇ ਹੱਥ ਇੱਕ ਨਵੀਂ ਗੱਲ ਲੱਗ ਜਾਂਦੀ ਹੈ, ਜਿਹਦੇ ਕਰਕੇ ਜੋ ਬਾਈਡਨ ਸਾਹਿਬ ਦੀ ਇਮੇਜ ਨੂੰ ਸੱਟ ਵੱਜ ਸਕਦੀ ਹੈ। ਇਸ ਕਰਕੇ ਹੰਟਰ ਬਾਈਡਨ ਦਾ ਕੇਸ ਜੋ ਹੈ ਕੰਪਲਿਕੇਟਡ ਹੁੰਦਾ ਜਾ ਰਿਹਾ ਹੈ, ਔਰ ਜੋ ਬਾਈਡਨ ਸਾਹਿਬ ਵਾਸਤੇ ਇਹ ਗੱਲ ਬਹੁਤ ਜ਼ਿਆਦਾ ਚਿੰਤਾ ਵਾਲੀ ਬਣਦੀ ਜਾ ਰਹੀ ਹੈ। ਨਾਲ ਹੀ ਗੱਲ ਹੁੰਦੀ ਪਈ ਹੈ ਅਮਰੀਕਾ ਦੀ ਧਰਤੀ 'ਤੇ ਏਲੀਅਨਸ ਬਾਰੇ, ਏਰੀਆ 51 ਬਾਰੇ, UFOs ਬਾਰੇ। ਲੋਕ ਕਹਿੰਦੇ ਨੇ ਕਿ ਅਮਰੀਕਾ ਏਰੀਆ 51 ਦੇ ਵਿੱਚ UFO ਵੀ ਰੱਖਦਾ ਹੈ, ਉਹਨਾਂ ਕੋਲ ਏਲੀਅਨਸ ਦੀਆਂ ਡੈਡ ਬੋਡੀਜ਼ ਵੀ ਨੇ, ਔਰ ਏਲੀਅਨਸ ਦੇ ਨਾਲ ਸੰਪਰਕ ਵੀ ਹੈ। ਪਰ ਆਮ ਲੋਕਾਂ ਤੋਂ ਇਹ ਗੱਲ ਛੁਪਾਈ ਜਾ ਰਹੀ ਹੈ, ਕਿਉਂਕਿ ਜੇ ਆਮ ਲੋਕਾਂ ਦੇ ਸਾਹਮਣੇ ਇਹ ਗੱਲ ਰੱਖੀ ਗਈ ਤਾਂ ਪਬਲਿਕ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਪੈਦਾ ਹੋ ਸਕਦੇ ਨੇ, ਔਰ ਪਬਲਿਕ ਘਬਰਾ ਵੀ ਸਕਦੀ ਹੈ। ਸੋ ਇਹ तमाम ਗੱਲਾਂ ਹੁੰਦੀਆਂ ਨੇ ਕਿ ਸਟੱਡੀਜ਼ ਦੇ ਉੱਤੇ ਵੀ ਇਹਦਾ ਅਸਰ ਪੈ ਸਕਦਾ ਹੈ, ਕਿ ਨਵੀਆਂ ਚੀਜ਼ਾਂ, ਨਵੀਂ ਸਾਇੰਸ ਸਾਹਮਣੇ ਆ ਸਕਦੀ ਹੈ। ਸਾਡੇ ਪੁਰਾਣੇ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ, ਬੋਟਨੀ, ਯਾਨੀ ਕਿ ਹਰ ਪ੍ਰਕਾਰ ਦੀ ਸਾਇੰਸ ਦੇ ਫਾਰਮੂਲਾਜ਼ ਬਦਲ ਸਕਦੇ ਨੇ। ਸਾਡਾ ਸਿਲੇਬਸ ਬਦਲ ਸਕਦਾ ਸਟੱਡੀ ਦਾ, ਕਿਉਂਕਿ ਏਲੀਅਨਸ ਦੀ ਟੈਕਨੋਲੋਜੀ ਬਹੁਤ ਜ਼ਿਆਦਾ ਐਡਵਾਂਸ ਹੈ, ਉਹਨਾਂ ਦਾ ਕਲਚਰ, ਉਹਨਾਂ ਦੀ ਜੀਵਨ ਸ਼ੈਲੀ ਬਹੁਤ ਜ਼ਿਆਦਾ ਐਡਵਾਂਸ ਹੈ। ਏਰੀਆ 51 ਦੇ ਵਿੱਚ ਇਹ ਸਾਰੇ ਰਹੱਸ ਛੁਪੇ ਹੋਏ ਨੇ, ਜੋ ਗਵਰਨਮੈਂਟ ਆਫ ਅਮਰੀਕਾ ਪਬਲਿਕ ਦੇ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦੀ। ਇਹ तमाम ਗੱਲਾਂ ਚੱਲਦੀਆਂ ਪਈਆਂ ਨੇ, ਔਰ ਇਹਨਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਕੋਈ ਨਹੀਂ ਜਾਣਦਾ। ਸੋ ਰਾਜਨੀਤਿਕ ਉਥਲ ਪੁਥਲ ਆਪਣੀ ਜਗ੍ਹਾ ਹੈ, ਪਬਲਿਕ ਦੇ ਵਿੱਚ ਚਰਚਾ ਆਪਣੀ ਜਗ੍ਹਾ ਹੈ। ਸੋ ਇਹ ਸਾਰੇ ਮਸਲੇ ਚੱਲਦੇ ਪਏ ਨੇ ਅਮਰੀਕਾ ਦੀ ਧਰਤੀ 'ਤੇ। ਫਿਲਹਾਲ ਆਪਾਂ ਚੱਲਦੇ ਹਾਂ ਆਪਣੇ ਭਾਰਤ ਦੇ ਮਸਲਿਆਂ 'ਤੇ, ਪੰਜਾਬ ਦੇ ਮਸਲਿਆਂ 'ਤੇ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਸੰਜੀਵ ਖੰਨਾ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਅਮਰੀਕਾ ਦੀ, ਔਰ ਹੁਣ ਆਪਾਂ ਆਪਣੀ ਧਰਤੀ 'ਤੇ ਆ ਪਹੁੰਚੇ ਹਾਂ, ਆ ਪਰਤੇ ਹਾਂ। ਅਤੇ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਹਾਂ, ਤਾਂ ਸਾਡੇ ਸਾਰੇ ਪ੍ਰਵਾਸੀ ਭਾਰਤੀ ਉਹਦੇ ਨਾਲ ਬੜਾ ਇੰਟਰਸਟ ਰੱਖਦੇ ਆ। ਔਰ ਜੇ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਤਾਂ ਸਾਰਾ ਹਿੰਦੁਸਤਾਨ ਉਹਦੇ ਵਿੱਚ ਆਉਂਦਾ ਮੁੱਦਿਆਂ 'ਚ। ਪਰ ਜੇ ਅਸੀਂ ਇੰਡੀਆ ਕਹਿੰਦੇ ਹਾਂ ਤਾਂ ਫਿਰ ਗੱਠਜੋੜ ਦਾ ਨਾਂ ਆਉਂਦਾ, ਔਰ ਇਸੇ ਤਰ੍ਹਾਂ ਦੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੇ ਵੀ ਆਪਣੇ ਨਾਂ ਨਾਲ ਇੰਡੀਆ ਜੋੜ ਲਿਆ। ਉਹਦੇ 'ਤੇ ਕਈ ਆਲੋਚਨਾ ਵੀ ਹੋਈ ਆ, ਔਰ ਕਈ ਉਹਦੇ ਪੱਖ ਵਿੱਚ ਵੀ ਆ, ਔਰ ਕਈ ਮੁੱਦੇ ਵੀ ਆ। ਉਹਨਾਂ ਮੁੱਦਿਆਂ ਦੀ ਜਿਹੜੀ ਆ ਉਹਨਾਂ ਦੇ ਨਜ਼ਰਸਾਨੀ ਕਰੀਏ, ਆਪਣੇ ਦਰਸ਼ਕਾਂ ਨੂੰ ਦੱਸੀਏ ਤੇ ਕਿਹੜੇ ਪੱਖ ਦੇ ਮਾਮਲੇ। ਇੱਕ ਤਾਂ ਨਰਿੰਦਰ ਮੋਦੀ ਸਾਹਿਬ, ਕਿਉਂਕਿ ਇਸ ਵਾਰ 10 ਸਾਲ ਹੋ ਜਾਣਗੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣੇ ਨੂੰ, 2 ਟਰਮਸ ਪੂਰੀਆਂ ਕਰ ਚੁੱਕਦੇ ਨੇ। 9 ਸਾਲ ਹੈ ਨਾ, 10 ਮਈ ਦੇ ਵਿੱਚ। ਹਾਂਜੀ, 10 ਸਾਲ ਹੋ ਜਾਣਗੇ ਇਹ ਟਰਮ ਪੂਰੀ ਉਹ ਤੋਂ ਬਾਅਦ। ਫਿਰ 10 ਸਾਲ ਪੂਰੇ ਕਰ ਚੁੱਕਦੇ ਨੇ ਜਦੋਂ, ਤੇ ਉਦੋਂ ਕਹਿੰਦੇ ਨੇ ਕਿ ਨਵੀਆਂ ਇਲੈਕਸ਼ਨ ਜਦੋਂ ਸਨ 2024 ਦੀਆਂ ਹੋਣੀਆਂ ਨੇ, ਜੇ ਮੈਂ ਤੀਜੀ ਵਾਰ ਪ੍ਰਧਾਨ ਮੰਤਰੀ ਬਣਿਆ ਤਾਂ ਦੁਨੀਆ ਦੀ ਤੀਸਰੇ ਨੰਬਰ ਦੀ ਜਾਂ ਟੌਪ 3 ਵਿੱਚੋਂ ਸਾਡੀ ਅਰਥ ਵਿਵਸਥਾ ਭਾਰਤ ਦੀ ਮੈਂ ਪਹੁੰਚਾ ਦੇਵਾਂਗਾ। ਇਹ ਮੋਦੀ ਦੀ ਗਾਰੰਟੀ ਹੈ, ਇਹ ਉਹਨਾਂ ਨੇ ਇਹ ਗੱਲ ਕਹੀ। ਸੋ ਇਹ ਵੀ ਨਾਲ ਕਿਹਾ ਕਿ ਪਹਿਲੇ ਜਦੋਂ ਅਸੀਂ ਆਏ ਹਾਂ 2014 ਦੇ ਵਿੱਚ, ਉਦੋਂ 10ਵੇਂ ਨੰਬਰ 'ਤੇ ਸੀ ਦੁਨੀਆ ਦੇ ਵਿੱਚ ਭਾਰਤ ਦੀ ਅਰਥ ਵਿਵਸਥਾ, ਇਸ ਵਕਤ 5ਵੇਂ ਨੰਬਰ 'ਤੇ ਹੈ। ਅਤੇ ਅਗਲੀ ਵਾਰ ਜੇ ਤੀਸਰੀ ਵਾਰ ਮੈਂ ਬਣਦਾ ਤਾਂ ਮੈਂ ਟੌਪ 3 ਦੇ ਵਿੱਚ ਲੈ ਕੇ ਜਾਵਾਂਗਾ। ਸੋ ਇਸ ਗੱਲ ਦੀ ਕਾਫੀ ਨਿਖੇਧੀ ਵੀ ਹੋ ਰਹੀ ਹੈ ਕਿ ਅਜਿਹੀ ਤਾਂ ਕੋਈ ਗੱਲ ਹੈ ਨਹੀਂ। ਜੋ ਭਾਰਤ ਦੇ ਹਾਲਾਤ ਨੇ, ਆਰਥਿਕ ਹਾਲਾਤ ਨੇ, ਜੋ ਭਾਰਤ ਦੇ ਅੰਦਰ ਗਰੀਬੀ ਹੈ, ਔਰ ਭੁੱਖਮਰੀ ਦਾ ਇੰਡੈਕਸ ਕਿੱਥੇ ਜਾ ਰਿਹਾ ਹੈ, ਲੋਕ ਸੜਕਾਂ 'ਤੇ ਸੁੱਤੇ ਪਏ ਨੇ, ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ, ਹਰ ਤਰ੍ਹਾਂ ਦੇ ਬੈਂਕਸ ਦੇ ਫਰਾਡਸ ਵਧੇ ਨੇ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇਖ ਲਓ, ਮਨੀਪੁਰ ਦੀ ਗੱਲ ਦੇਖ ਲਓ। तमाम ਗੱਲਾਂ ਜੋ ਵਿਰੋਧੀ ਧਿਰਾਂ ਨੇ ਉਹ ਕਰਦੀਆਂ ਪਈਆਂ ਨੇ, ਕਿਉਂਕਿ ਜਿਨ੍ਹਾਂ ਨੇ ਨਿੰਦਾ ਕਰਨੀ ਹੈ ਉਹਨਾਂ ਨੇ ਨਿੰਦਾ ਕਰਨੀ ਹੈ, ਜਿਨ੍ਹਾਂ ਨੇ ਪ੍ਰਸ਼ੰਸਾ ਕਰਨੀ ਹੈ ਉਹਨਾਂ ਨੇ ਪ੍ਰਸ਼ੰਸਾ ਕਰਨੀ ਹੈ। ਹੁਣ ਪਬਲਿਕ ਨੇ ਇਹ ਦੇਖਣਾ ਹੈ ਕਿ ਨਿਤਾਰ ਕੇ ਗੱਲ ਵਿੱਚੋਂ ਕੀ ਨਿਕਲਦੀ ਹੈ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀ ਹੁੰਦਾ, ਤੇ ਕਿਹਨੂੰ ਵੋਟ ਦੇਣੀ ਹੈ, ਇਹ ਪਬਲਿਕ ਦੀ ਮਨਸ਼ਾ ਹੈ। ਹਾਂ, ਰੀਸੈਂਟਲੀ ਮੋਦੀ ਸਾਹਿਬ ਨੇ ਹੁਣੇ ਬਿਆਨ ਦਿੱਤਾ ਪਬਲਿਕ ਨੂੰ ਕਿ ਜੇ ਮੈਂ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ 3rd ਟਰਮ ਦੇ ਵਿੱਚ, ਅਤੇ ਅਰਥਚਾਰਾ ਜਿਹੜਾ ਹੈਗਾ ਇਹ ਇੱਥੇ ਨਹੀਂ ਰਹੂਗਾ। ਜਿਸ ਤਰ੍ਹਾਂ 2014 ਤੋਂ ਆਉਂਦਾ ਮੈਂ ਕੱਢ ਕੇ 10ਵੇਂ ਜਾਂ 12ਵੇਂ ਨੰਬਰ ਤੋਂ ਇੱਥੇ ਲੈਣ ਦਾ 5ਵੇਂ 'ਤੇ। ਔਰ ਉਹਨੇ ਦੱਸਿਆ ਕਿ ਅਮਰੀਕਾ ਉਹਦੇ ਵਿੱਚ ਹੈਗਾ, ਚੀਨ ਉਹਦੇ ਵਿੱਚ ਹੈਗਾ, ਜਾਪਾਨ ਉਹਦੇ ਵਿੱਚ ਹੈਗਾ, 5-7 ਦੇਸ਼ਾਂ ਦੇ ਨਾਂ ਲਏ ਆ। ਕਹਿੰਦਾ ਉਹਨਾਂ ਵਿੱਚ ਅਸੀਂ ਸ਼ਾਮਲ ਹੋ ਗਏ ਹਾਂ, ਔਰ ਸਾਡੀ ਜਿਹੜੀ ਇਕਨੋਮਿਕ ਗਰੋਥ ਆ ਉਹ ਇਸ ਵੇਲੇ ਪੂਰੀ ਸਿਖਰਾਂ 'ਤੇ ਪਹੁੰਚ ਚੁੱਕੀ ਆ। ਪਰ ਮੈਨੂੰ ਇੱਕ ਮੌਕਾ ਹੋਰ ਦਿਓ ਤਾਂ ਕਿ ਮੈਂ ਇਸ ਅਰਥਚਾਰੇ ਨੂੰ
ਉੱਥੋਂ ਤੱਕ ਪਹੁੰਚਾ ਦੂੰਗਾ ਜਿੱਥੋਂ ਤੱਕ ਭਾਰਤ ਦੇ ਸੁਪਨੇ ਨੇ, ਪੰਜਸ਼ੀਲ ਯੋਜਨਾਵਾਂ ਨੇ, ਉਹਨਾਂ ਨੂੰ ਪੂਰੇ ਦਾ ਪੂਰਾ ਕਰਕੇ ਮੈਂ ਉੱਥੇ ਤੱਕ ਦੇਸ਼ ਨੂੰ ਪਹੁੰਚਾ ਸਕਦਾ ਜਿੱਥੋਂ ਤੱਕ ਸਾਡੇ ਵਿਗਿਆਨੀ, ਅਰਥ ਸ਼ਾਸਤਰੀ, ਇਹ ਸਾਰਿਆਂ ਦੀ ਜਿਹੜੀ ਯੋਜਨਾਵਾਂ ਸੀ ਉਹਨਾਂ ਨੂੰ ਪੂਰਾ ਕਰੂੰਗਾ। ਪਰ ਇਹਦੇ ਵਿੱਚ ਕੁਝ ਚਿੰਤਕਾਂ ਨੇ ਕਿਹਾ ਗਿਆ ਕਿ ਜੇ ਇਹੋ ਗੱਲ ਡਾਕਟਰ ਮਨਮੋਹਨ ਸਿੰਘ ਕਹਿਣ ਤਾਂ ਸ਼ਾਇਦ ਮੰਨਣਯੋਗ ਹੋ ਜੇ। ਜੇ ਮੋਦੀ ਸਾਹਿਬ ਕਹਿੰਦੇ ਨੇ ਤੇ ਮੋਦੀ ਸਾਹਿਬ ਸ਼ਾਇਦ ਉੱਥੋਂ ਤੱਕ ਨਹੀਂ ਅੱਪੜ ਸਕਦੇ। 10 ਸਾਲਾਂ ਦੇ ਵਿੱਚ ਜੋ ਲੇਖਾ ਜੋਖਾ ਹੋਇਆ, ਮਈ ਦੇ ਵਿੱਚ ਇਹਨਾਂ ਦੇ 10 ਸਾਲ ਪੂਰੇ ਹੋ ਜਾਣੇ ਆ, ਇਲੈਕਸ਼ਨ ਸਿਰ 'ਤੇ ਹੈਗੀ ਆ। ਉਹ ਕਹਿੰਦੇ ਮਨ ਲਭਾਊ ਜਿਹੜੇ ਹੈਗੇ ਆ, ਐਲਾਨ ਹੈਗੇ ਆ, ਲੋਕਾਂ ਨੂੰ ਲਾਲਸਾ ਦਾ ਕੰਮ ਦੇ ਰਹੇ ਆ। ਉਹ ਕਹਿੰਦੇ ਜਦੋਂ ਕਿ ਗਰੀਬੀ ਦੀ ਦਰ ਜਿਹੜੀ ਆ ਦਿਨੋਂ ਦਿਨ ਵੱਧ ਰਹੀ ਆ, ਜਿਹਦੇ ਵਿੱਚ 20 ਕਰੋੜ ਦੇ ਕਰੀਬ ਜਿਹੜੇ ਆ ਪਾਵਰਟੀ ਲਾਈਨ ਤੋਂ ਥੱਲੇ ਜਿਹੜੇ ਲੋਕ ਗਰੀਬ ਬੈਠੇ ਨੇ, ਜਿਨ੍ਹਾਂ ਦੇ ਸਿਰ 'ਤੇ ਛੱਤ ਵੀ ਨਹੀਂ, ਜਿਹੜੇ ਫੁੱਟਪਾਥਾਂ 'ਤੇ ਸੌਂਦੇ ਨੇ। ਬੰਬੇ ਦੇ ਏਰੀਆ 'ਚ ਜਾ ਕੇ ਵੇਖੋ, ਜਿਹੜੀਆਂ ਅਖਬਾਰਾਂ ਦੀ ਰੱਦੀ ਉਹ ਵਿਛਾ ਕੇ ਲੰਮੇ ਪੈ ਜਾਂਦੇ ਆ। ਬੰਬੇ ਔਰ ਜਿਹੜੇ ਮੈਟਰੋਪੋਲੀਟਨ ਸਿਟੀ ਨੇ ਉਹਨਾਂ 'ਚ ਕੰਮ ਤਾਂ ਮਿਲ ਜਾਂਦਾ, ਪਰ ਉੱਥੇ ਸੌਣ ਦੀ ਜਗ੍ਹਾ ਨਹੀਂ ਮਿਲਦੀ। ਜੇ ਕਿਰਾਏ 'ਤੇ ਲਓਗੇ ਤਾਂ ਵੀ ਬਹੁਤ ਮਹਿੰਗਾ ਕਿਰਾਇਆ। ਜੇ ਤੁਸੀਂ ਕੋਈ ਸਕੂਟਰ ਮੋਟਰਸਾਈਕਲ ਖੜਾ ਕਰਨਾ ਉਹਦਾ ਵੱਖਰਾ ਚਾਰਜ ਹੋਊਗਾ। ਇਹ ਸਾਰੀਆਂ ਗੱਲਾਂ ਉਹ ਕਹਿੰਦੇ ਨੇ ਮਨ ਲਭਾਊ ਅਤੇ ਲਾਲਸਾ ਨਾਲ ਮਿਲਣ ਜਾਣ ਵਾਲੀਆਂ ਨੇ। ਇਲੈਕਸ਼ਨ ਸਿਰ 'ਤੇ ਆ ਗਈ ਹੈ ਔਰ ਉਹਨਾਂ ਨੇ ਕਿਹਾ ਕਿ ਜਿਹਦੇ ਵਿੱਚ ਅਰਥਸ਼ਾਸਤਰੀ ਜਿੰਨੇ ਸਾਰੇ ਇਕੱਠੇ ਹੋ ਕੇ ਅਸੀਂ ਇਸ ਗੱਲ 'ਤੇ ਨਿਰਭਰ ਹੋ ਗਏ ਹਾਂ ਕਿ ਇਕਨੋਮਿਕ ਨੂੰ ਸਮਝਣ ਲਈ, ਭਾਰਤ ਦਾ ਜਿਹੜਾ ਅਰਥ ਸ਼ਾਸਤਰ ਨੂੰ ਸਮਝਣ ਲਈ ਇਹ ਇਹਨਾਂ ਦੀ ਪਹੁੰਚ ਤੋਂ ਬਾਹਰ ਹੈਗਾ। ਮੋਦੀ ਸਾਹਿਬ ਜਿੱਥੇ ਵੀ ਗੱਲ ਕਰਦੇ ਆ ਤੇ ਭਾਸ਼ਣਬਾਜ਼ੀ ਦੀ ਗੱਲ ਕਰਦੇ ਆ, ਪ੍ਰੈਕਟੀਕਲ ਤੌਰ 'ਤੇ ਇਹਨਾਂ ਨੇ ਦੇਸ਼ ਨੂੰ ਉੱਥੇ ਨਹੀਂ ਪਹੁੰਚਾ ਸਕੇ ਜਿੱਥੇ ਦੇਸ਼ ਪਹੁੰਚਣਾ ਚਾਹੀਦਾ। ਔਰ ਉਹਦੇ ਤੋਂ ਬਾਅਦ ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਖੜਗੇ ਸਾਹਿਬ ਨੇ ਵੀ ਨਾਲ ਕਹਿ ਦਿੱਤਾ ਕਿ ਅਸੀਂ ਬਹੁਤ ਵਾਰੀ ਆਲੋਚਨਾ ਇਸ ਗੱਲ ਦੀ ਕੀਤੀ ਹੈ ਕਿ ਕਾਂਗਰਸ ਦੇ ਨਾਲ ਟਾਈਮ 'ਤੇ ਇਹਨਾਂ ਦੀ ਜਿਹੜੀ ਬੀਜੇਪੀ ਹੈ ਇਹਨਾਂ ਦੇ ਹਿਸਾਬ ਦੇ ਨਾਲ ਜੇ ਮੁਕਾਬਲਾ ਕਰਦੇ ਆ ਤੇ ਉਸ ਟਾਈਮ 'ਤੇ ਜਿਹੜੇ ਅਰਥ ਸ਼ਾਸਤਰੀ ਨੇ ਡਾਕਟਰ ਮਨਮੋਹਨ ਸਿੰਘ, ਉਹਨਾਂ ਦਾ ਜਿਹੜਾ ਗਰੋਥ ਰੇਟ ਸੀ ਉਹ ਬਹੁਤ ਅਬਵ ਸੀਗੀ। ਹੁਣ ਗਰੋਥ ਰੇਟ ਬਹੁਤ ਥੱਲੇ ਆਈ ਆ, ਉਸ ਹਿਸਾਬ ਨਾਲ ਨਹੀਂ ਹੈਗੀ। ਜਿੰਨੀ ਡਿਵੈਲਪਮੈਂਟ ਉਦੋਂ ਸੀ ਹੁਣ ਉਨੀ ਨਹੀਂ। ਇਹ ਵਿਰੋਧੀ ਧਿਰਾਂ ਦਾ ਹੁੰਦਾ ਇੱਕ ਵਾਰੀ, ਜਿਹੜੀਆਂ ਵਿਰੋਧੀ ਧਿਰਾਂ ਹੈਗੀਆਂ ਇਹ ਆਪਣੇ ਆਪ ਨੂੰ ਅੱਗੇ ਲਿਜਾਣ ਲਈ ਕਹਿੰਦੀਆਂ ਜਾਂ ਨਹੀਂ ਵੀ ਕਹਿੰਦੀਆਂ। ਔਰ ਮੋਦੀ ਸਾਹਿਬ ਨੇ ਕਿਹਾ ਉਦੋਂ ਐਮਰਜੈਂਸੀ ਲਾ ਕੇ ਦੇਸ਼ ਨੂੰ ਕਿੰਨਾ ਨੁਕਸਾਨ ਪਹੁੰਚਾਇਆ, ਬੈਂਕਾਂ ਦਾ ਹਾਲ ਜਿਹੜਾ ਇਹਨਾਂ ਮਾੜਾ ਕਰ ਦਿੱਤਾ। ਔਰ ਉਹਨਾਂ ਦੀ ਸਾਰੀ ਗਰੋਥ ਰੇਟ ਉਹਨਾਂ ਬੈਂਕਾਂ ਨੇ ਅਬਵ ਕਰਨੀ, ਬੈਂਕਾਂ ਵੀ ਰੁਕ ਗਈਆਂ। ਬੈਂਕਾਂ ਦੇ ਵਿੱਚੋਂ ਕਹਿੰਦੇ ਆ 9 ਬੈਂਕਾਂ ਜਿਹੜੀਆਂ ਇਹਨਾਂ ਨੈਸ਼ਨਲਾਈਜ਼ ਕਰਤੀਆਂ। ਇੰਦਰਾ ਗਾਂਧੀ ਨੇ ਐਮਰਜੈਂਸੀ ਲਾਤੀ ਔਰ ਉਹਦੇ ਵਿੱਚ ਸੰਜੇ ਗਾਂਧੀ ਸਭ ਤੋਂ ਅੱਗੇ ਸੀਗੇ। ਔਰ ਉਹਨਾਂ ਨੇ ਵੀ ਦੇਸ਼ ਨੂੰ ਜਿਹੜਾ ਕਈ ਇਸ ਤਰ੍ਹਾਂ ਦੀਆਂ ਕਾਰਾਂ ਦੀਆਂ ਕੰਪਨੀਆਂ ਬਣਾ ਕੇ ਔਰ ਲੋਕਾਂ ਦੇ ਜਿਹੜੇ ਆ ਉਹਨਾਂ ਦੇ ਆਪਰੇਸ਼ਨ ਕਰਕੇ ਲੋਕਾਂ ਨੂੰ ਤੰਗ ਕੀਤਾ। ਔਰ ਯੂਥ ਦੇ ਕਾਂਗਰਸ ਸੀਗੇ ਨੈਸ਼ਨਲ ਤੌਰ 'ਤੇ, ਔਰ ਯੂਥ ਵਾਲਾ ਇਲਾਕਾ ਜਿਹੜਾ ਵੀ ਜਿੰਨਾ ਜਵਾਨ ਮੁੰਡਾ ਆਪਣੇ ਪਿੱਛੇ ਲਾ ਲਿਆ। ਉਹ ਕਹਿੰਦੇ ਉਹ ਵੀ ਬੜਾ ਜਮਘਟਾ ਸੀ, ਬਹੁਤ ਧੁੰਦਲਾਪਨ ਸੀਗਾ। ਅਸੀਂ ਉਸ ਧੁੰਦਲੇਪਨ 'ਚੋਂ ਲੋਕਾਂ ਨੂੰ ਕੱਢ ਕੇ ਇੱਧਰ ਲੈਣ ਦਾ ਹੁਣ ਆਉਣ ਵਾਲਾ ਸਮਾਂ ਸਾਨੂੰ ਇੱਕ ਨਹੀਂ ਦੇ ਦਿਓ ਤਾਂ ਕਿ ਅਸੀਂ ਫਿਰ ਭਾਰਤ ਨੂੰ ਫੁੱਲਾਂ ਵਾਂਗ ਖੜਾ ਦਈਏ। ਜੀ ਬਿਲਕੁਲ ਠੀਕ ਹੈ। ਉਹ ਆਪਣੀ ਗੱਲ ਕਰਦੇ ਨੇ, ਉਹ ਆਪਣੀ ਗੱਲ ਕਰਦੇ ਨੇ, ਸਭ ਨੇ ਆਪਣੀ ਆਪਣੀ ਗੱਲ ਕਰਨੀ ਹੈ। ਪਰ ਇੱਕ ਤਾਂ ਅਸੀਂ ਇਹ ਚੀਜ਼ ਦੇਖਦੇ ਹਾਂ ਕਿ ਡਿਕਟੇਟਰਸ਼ਿਪ ਦਾ ਕਿਤੇ ਨਾ ਕਿਤੇ ਟੱਚ ਰਿਹਾ ਸ਼ੁਰੂ ਤੋਂ ਵੀ। ਐਮਰਜੈਂਸੀ ਦੀ ਗੱਲ ਕਰ ਲਓ ਔਰ ਅੱਜ ਦੀ ਸਰਕਾਰ ਦੇ ਉੱਤੇ ਵੀ ਇਹ ਦੋਸ਼ ਲੱਗਦੇ ਨੇ ਕਿ ਡਿਕਟੇਟਰਸ਼ਿਪ ਜ਼ਰੂਰ ਰਹਿੰਦੀ ਹੈ, ਉੱਤੋਂ ਡੈਮੋਕ੍ਰੇਸੀ ਹੈ ਪਰ ਅੰਦਰੋਂ ਡਿਕਟੇਟਰਸ਼ਿਪ ਹੈ। ਇਹ ਤਕਰੀਬਨ ਨਹਿਰੂ ਸਾਹਿਬ ਦੇ ਉੱਤੇ ਵੀ ਇਹ ਗੱਲਾਂ ਆਉਂਦੀਆਂ ਨੇ ਕਿ ਉਹਨਾਂ ਦਾ ਕੋਈ ਉਸ ਵਕਤ ਕੰਪੀਟੀਟਰ ਨਹੀਂ ਸੀ, ਇਸ ਕਰਕੇ ਉਹ ਵੀ ਆਪਣੀ ਕਿਤੇ ਨਾ ਕਿਤੇ ਮਨ ਮਰਜ਼ੀ ਦੀ ਗੱਲ ਦੀ, ਇਹ ਵੀ ਵਿਰੋਧੀ ਧਿਰ ਕਹਿੰਦੇ ਨੇ ਕਿ ਇਹ ਵੀ ਉਦਾਹਰਣ ਮਿਲਦੀਆਂ ਨੇ। ਸੋ ਇਹ तमाम ਗੱਲਾਂ ਸਾਹਮਣੇ ਆਉਂਦੀਆਂ ਨੇ ਕਿਉਂਕਿ ਇਨਸਾਨੀ ਸੁਭਾਅ ਹੈ। ਕੁਝ ਪੋਲੀਟੀਕਲ ਕੰਪਲਸ਼ਨਸ ਵੀ ਹੋ ਜਾਂਦੀਆਂ ਨੇ, ਸੱਤਾ 'ਚ ਬਣੇ ਰਹਿਣ ਵਾਸਤੇ ਵੀ ਜ਼ਰੂਰੀ ਹੈ। ਮਤਲਬ ਮੁੱਕਦੀ ਗੱਲ ਇਹ ਹੈ ਜੇ ਜਿੱਦਾਂ ਐਕਸਪਰਟਸ ਕਹਿੰਦੇ ਨੇ ਕਿ ਦੁੱਧ ਦਾ ਧੋਤਾ ਕੋਈ ਵੀ ਨਹੀਂ, ਇਹ ਗੱਲ ਬਿਲਕੁਲ ਠੀਕ ਲੱਗਦੀ ਆ ਕਿਉਂਕਿ ਜਿੱਦਾਂ ਦੇ ਹਾਲਾਤ ਦਿਖਦੇ ਨੇ। ਐਕਸਪਰਟਸ ਗਲਤ ਨਹੀਂ ਕਹਿੰਦੇ, ਕਿਤੇ ਨਾ ਕਿਤੇ ਘੋਖ ਕਰਕੇ ਪੂਰੇ ਐਨਾਲਾਈਸਿਸ ਤੋਂ ਬਾਅਦ ਹੀ ਇਹ ਗੱਲ ਕੀਤੀ ਜਾਂਦੀ ਹੈ। ਖੈਰ 2024 ਦੀਆਂ ਇਲੈਕਸ਼ਨਸ ਕਿਹੜਾ ਦੂਰ ਨੇ, ਦੇਖੋ ਊਂਠ ਕਿਸ ਕਰਵਟ ਬੈਠਦਾ, ਇਹੀ ਕਹਿੰਦੇ ਹੁੰਦੇ ਨੇ ਨਾ। ਬਿਲਕੁਲ, ਚਲੋ ਦੇਖਦੇ ਹਾਂ ਹੁਣ ਕਹਿਣਗੇ ਊਂਠ ਕਿੱਥੋਂ ਲੈ ਕੇ ਆਉਣਾ। ਊਂਠ ਤਾਂ ਜਿੱਥੋਂ ਲੈ ਕੇ ਆਉਣਾ, ਊਂਠ ਤੇ ਸਾਰੇ ਰਾਜਸਥਾਨ 'ਚ ਆ ਹੀ ਜਾਏਗਾ। ਊਂਠ ਨੂੰ ਤਾਂ ਪੰਜਾਬ ਵਿੱਚ ਵੀ ਹੈਗੇ ਨੇ, ਜਹਾਜ਼ ਆਉਂਦੇ ਨੇ, ਜਹਾਜ਼ ਊਂਠ ਰਾਜਸਥਾਨ ਦਾ ਜਹਾਜ਼। ਜੀ ਬਿਲਕੁਲ ਠੀਕ ਹੈ। ਤੇ ਹੁਣ ਮੋਦੀ ਸਾਹਿਬ ਕਹਿੰਦੇ ਨੇ ਕਿ ਕਾਂਗਰਸ ਜਿਹੜੀ ਹੈ ਉਹ ਲੁੱਟ ਦੀ ਦੁਕਾਨ ਹੈ ਭਾਰਤ ਵਿੱਚ, ਸਦੀਆਂ ਪੁਰਾਣੀ। ਤੇ ਉਧਰੋਂ ਰਾਹੁਲ ਗਾਂਧੀ ਵੀ ਕੀ ਕਹਿੰਦੇ ਨੇ ਕਿ ਭਾਜਪਾ ਤੇ RSS ਸੱਤਾ ਤੇ ਕੁਰਸੀ ਦੇ ਚਾਹਵਾਨ ਨੇ। ਹੁਣ ਇਹ ਹੋ ਗਿਆ ਨਾ ਕੰਟਰਾਡਿਕਸ਼ਨ। ਜਿਹੜਾ ਆਪਾਂ ਗੱਲ ਕੀਤੀ ਨਾ ਉੱਥੇ ਆ ਕੇ ਗੱਲ ਨਿਬੜਦੀ ਆ। ਉਹ ਕਹਿੰਦੇ ਤੂੰ ਮਾੜਾ, ਤੂੰ ਮਾੜਾ, ਤੂੰ ਮਾੜਾ, ਹੈ ਨਾ। ਤੂੰ ਆਂਦਾ ਤੂੰ ਮੇਰੇ ਨੂੰ ਵੀ ਮਾੜਾ, ਮੇਰੇ ਨੂੰ ਵੀ ਮਾੜਾ, ਤੂੰ ਮਾੜਾ, ਹੈ ਨਾ। ਉਹਦੇ ਵਿੱਚ ਤੂੰ ਮੈਂ ਜਿਹੜੀ ਹੈ ਨਾ, ਤੂੰ ਤੜਕ ਜਿਹਨੂੰ ਕਹਿੰਦੇ ਉਹ ਹੋ ਜਾਂਦੀ ਹੈ। ਕਿਉਂਕਿ ਜਿੱਦਾਂ ਆਪਾਂ ਹੁਣ ਗੱਲ ਕੀਤੀ ਆ, ਇਲੈਕਸ਼ਨ ਤਾਂ ਆ ਰਹੀ ਆ, ਮਈ ਤੱਕ ਇਹਨਾਂ ਦਾ ਜਿਹੜਾ ਅਖਤਿਆਰ ਆ ਉਹ ਹਟ ਜਾਣਾ ਦੇਸ਼ ਨਾਲੋਂ। ਔਰ ਉਹਦੇ ਵਿੱਚ ਨਵਾਂ ਜਿਹੜਾ ਆਪਣਾ ਚੋਣ ਕਮਿਸ਼ਨਰ ਆ ਉਹਨਾਂ ਨੇ ਐਲਾਨ ਕਰ ਦੇਣਾ ਡੇਟ ਦਾ ਵੀ ਕਿਹੜੀ ਲਈ ਡੇਟ ਨੂੰ ਇਲੈਕਸ਼ਨ ਹੋ ਰਹੀ ਹੈ। ਔਰ ਪਾਰਟੀਆਂ ਜਿਹੜੀਆਂ ਆਪਣੇ
ਪੂਰੇ ਦੇ ਪੂਰਾ ਉਹਨਾਂ ਮੁਹਾਜ਼ ਬਣਾ ਲਿਆ ਔਰ ਸਾਰੀਆਂ ਪਾਰਟੀਆਂ ਜੁਆਇੰਟ ਹੋ ਗਈਆਂ ਔਰ ਉਹਨਾਂ ਦੀ ਹੁਣ ਮੀਟਿੰਗ ਵੀ ਹੈ 25 ਨੂੰ ਬੰਬੇ ਉਹਨਾਂ ਯੂਨਾਈਟਲੀ ਇੱਕ ਫਿਰ ਮੀਟਿੰਗ ਰੱਖ ਲਈ ਹੈ ਜਿਸ 'ਚ ਕਨਵੀਨਰ ਚੁਣਨੇ ਆ, ਜਿਸ 'ਚ ਪ੍ਰਧਾਨ ਮੰਤਰੀ ਦੀ ਗੱਲ ਕਰਾਉਣੀ ਆ। ਉਹ ਸਾਰਾ ਉਹਨਾਂ ਨੇ ਆਪਣਾ ਨਿਬੇੜਾ ਕਰ ਲਿਆ ਔਰ ਹੁਣ ਇਹਦੇ ਵਿੱਚ ਜਿਹੜਾ ਹੈਗਾ BJP NDA ਉਹਨੂੰ ਥੋੜ੍ਹਾ ਜਿਹਾ ਤਰਲੋ ਮੱਛੀ ਹੋ ਰਿਹਾ, ਜਿਹਨੂੰ ਪੰਜਾਬੀ 'ਚ ਕਹਿੰਦੇ ਆ, ਜਿੱਦਾਂ ਥੋੜ੍ਹੇ ਪਾਣੀ 'ਚ ਨਾ ਮੱਛੀ ਤੜਫਦੀ। ਉਹ ਹੁਣ ਉਹ ਗੱਲ ਹੈਗੀ ਕਿ ਇਹ ਤਾਂ ਜ਼ਿਆਦਾ ਇਕੱਠੇ ਹੋ ਗਏ, ਅਸੀਂ ਹੁਣ ਇਕੱਲੇ ਹੈਗੇ ਹਾਂ, ਤਾਂ ਹੁਣ ਉਹਦੇ ਵਿੱਚ ਜੇ ਲੋਕ ਇਹਨਾਂ ਦੇ ਮਗਰ ਲੱਗ ਗਏ ਤਾਂ ਫਿਰ ਅਸੀਂ ਕਿਸ ਤਰ੍ਹਾਂ ਰਵਾਂਗੇ? ਫਿਰ ਸਾਡੀ ਫਟੀ ਪੋਚੀ ਜਾਊਗੀ, ਅਸੀਂ ਇਸ ਤੋਂ ਨਗੂਣੇ ਹੋ ਜਾਵਾਂਗੇ, ਅਸੀਂ ਸ਼ਕਤੀ ਜਿਹੜੀ ਹੈਗੀ ਸਾਡੇ ਹੱਥੋਂ ਨਿਕਲ ਜਾਏਗੀ। ਔਰ ਇਹਨਾਂ ਨੇ ਰਾਹੁਲ ਗਾਂਧੀ ਨੇ ਜਵਾਬ ਦਿੱਤਾ ਉਹਨਾਂ ਦਾ ਵੀ ਜੇ ਅਸੀਂ ਲੋਟੂ ਹਾਂ, ਜੇ ਅਸੀਂ ਲੁਟੇਰੇ ਹਾਂ, ਜੇ ਅਸੀਂ ਭਾਰਤ ਨੂੰ ਲੁੱਟ ਲਿਆ ਵਾ ਤੇ ਤੁਸੀਂ ਸੱਤਾ ਲਈ, ਸ਼ਕਤੀ ਲਈ, ਤੇ ਤੁਸੀਂ ਕਰਪਸ਼ਨ ਲਈ, ਤੇ ਤੁਸੀਂ ਆਪਣੇ ਲੀਡਰਾਂ ਨੂੰ, ਪ੍ਰਮੁੱਖ ਲੀਡਰਾਂ ਨੂੰ ਅੱਗੇ ਲਾਉਣ ਲਈ ਤੇ ਲੋਕਾਂ ਨੂੰ ਗੁੰਮਰਾਹ ਕਰਨ ਸਾਡੇ ਤੋਂ ਵੀ ਅੱਗੇ ਜੇ। ਇਹ ਹੈਗਾ ਇੱਕ ਦੂਜੇ ਤੇ ਚਿੱਕੜ ਸੁੱਟਣਾ, ਜਿਹੜਾ ਪਾਣੀ ਨਹੀਂ ਝਲਟਦੇ ਜਦੋਂ ਮੀਂਹ ਪੈਂਦਾ ਤੇ ਪਾਣੀ ਝਲਟ ਕੇ ਬਾਲਟੀਆਂ ਦੇ ਇੱਕ ਉਹਦੇ ਤੇ ਮਾਰਦਾ, ਇੱਕ ਉਹਦੇ ਤੇ ਮਾਰਦਾ ਗੁਆਂਢੀ। ਇਹ ਸਾਰੀਆਂ ਦੋ ਟੀਮਾਂ ਨੇ ਇੱਕ ਦੇ ਵਿੱਚ। ਤੇ ਹੁਣ ਜਿੰਨਾ ਕਹਿੰਦੇ ਵੀ ਇਕੱਲੀ ਪੂਰੀ ਟੀਮ ਜਿਹੜੀ ਹੈ 11 ਮੈਂਬਰਾਂ ਦੀ ਹੋ ਗਈ, ਇੱਕ ਪਾਸੇ ਜਿਹੜੀ ਇੱਕ ਇਕੱਲੀ BJP ਹੈ। ਆਉਣ ਵਾਲੀ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਇੱਕ ਦੂਜੇ ਤੇ ਬਹੁਤ ਚਿੱਕੜ ਸੁੱਟਣੇ। ਮੋਦੀ ਸਾਹਿਬ ਨੇ ਕਹਿਤਾ ਕਿ ਲੁਟੇਰਿਆਂ ਦਾ, ਲੋਟੂਆਂ ਦਾ ਕੰਪਨੀਆਂ ਔਰ ਪਾਰਟੀ ਆ ਔਰ ਇਹਨਾਂ ਤੋਂ ਦੇਸ਼ ਨੂੰ ਬਚਾਓ। ਦੇਸ਼ ਨੂੰ ਅੱਗੇ ਬਹੁਤ ਲੁੱਟਿਆ ਇਹਨਾਂ ਨੇ 47 ਤੋਂ ਲੈ ਕੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਆਏ, ਫਿਰ ਇੰਦਰਾ ਗਾਂਧੀ ਆ ਗਈ, ਫਿਰ ਨਰਸਿਮਹਾ ਰਾਓ ਔਰ ਇਹਨਾਂ ਦੇ ਕਿੰਨੇ ਜਿਹੜੇ ਨੇਤਾ ਨੇ ਆਉਂਦੇ ਰਹੇ ਅੱਗੇ। ਸਾਡੇ 'ਚੋਂ ਤਾਂ ਅਟਲ ਬਿਹਾਰੀ ਵਾਜਪਾਈ ਜੀ ਤੇ ਹੋਰ ਜਿਹੜੇ ਨੇਤਾ 2-4 ਹੀ ਆਏ ਔਰ ਅਸੀਂ ਇਹ ਇਹਨਾਂ ਦੇ ਦੇਸ਼ ਲਈ ਬਹੁਤ ਕੁਝ ਕੀਤਾ। ਪਰ ਜਿਹੜੇ ਸਾਡੇ ਸੂਬੇ ਨੇ ਨਾਲ ਦੇ ਜਿਹੜੇ ਕੰਟਰੀ ਨੇ ਉਹਨਾਂ ਨਾਲ ਸਾਡੇ ਤਾਲੁਕਾਤ, ਵਿਦੇਸ਼ ਨੀਤੀ ਜਿਹੜੀ ਆ ਇਹਨਾਂ ਨਾਲੋਂ ਦੁੱਗਣੇ ਤੇ ਤਿੱਗਣੇ ਤਰੀਕੇ ਨਾਲ ਉਹਨਾਂ ਨਾਲ ਵਿਦੇਸ਼ ਨੀਤੀ ਵਧੀਆ ਰਹੀ ਔਰ ਕਦੀ ਅਸੀਂ ਲੜਾਈ ਨਹੀਂ ਲੱਗਣ ਦਿੱਤੀ। ਉਹਦੇ ਨਾਲ ਅਸੀਂ ਪੈਸਾ ਬਚਾਇਆ ਦੇਸ਼ ਦਾ। ਔਰ ਆਂਦੇ ਜਦੋਂ ਇੰਦਰਾ ਗਾਂਧੀ ਸੀ, ਜਵਾਹਰ ਲਾਲ ਨਹਿਰੂ ਸੀ, ਉਦੋਂ ਕਦੀ ਚਾਈਨਾ ਨਾਲ, ਕਦੀ ਪਾਕਿਸਤਾਨ ਨਾਲ, ਕਦੀ ਮਿਆਂਮਾਰ ਨਾਲ, ਕਦੀ ਕਿਸੇ ਵੀ ਗੁਆਂਢੀ ਦੇਸ਼ ਨਾਲ ਲੜਾਈ ਹੁੰਦੀ ਸੀ। ਔਰ ਇਹ ਗੱਲ ਤਾਂ ਉਹਨਾਂ ਦੀ ਵੈਸੇ ਹੈ ਕਿ 71 ਤੋਂ ਬਾਅਦ ਲੜਾਈ ਕੋਈ ਨਹੀਂ ਲੱਗੀ। ਸਾਡਾ ਜਿਹੜਾ ਡਿਫੈਂਸ ਦਾ ਫੰਡ ਸੀ ਉਹ ਬਚਿਆ ਰਿਹਾ ਔਰ ਅਸੀਂ ਬਾਹਰੋਂ ਅਮਰੀਕਾ ਤੋਂ ਬਹੁਤ ਕੁਝ ਲੈਂਦੇ ਸੀ, ਪੈਸਾ ਖਰਾਬ ਕਰਦੇ ਸੀ, ਉਹ ਨਹੀਂ ਲਿਆ। ਔਰ ਇਸੇ ਕਰਕੇ ਇੱਕ ਦੂਜਾ ਗੱਲ ਇਹਨਾਂ ਨੇ ਕਹੀ ਆ, ਵਾਜਪਾਈ ਸਰਕਾਰ ਇਹਨਾਂ ਦੇ ਜੀ ਆਪਣੇ ਮੋਦੀ ਸਾਹਿਬ ਨੇ, ਵੀ ਅਸੀਂ ਟੈਕਸ ਤੋਂ ਲੋਕਾਂ ਨੂੰ ਬਹੁਤ ਬਰੀ ਰੱਖਿਆ, ਟੈਕਸ ਬਹੁਤ ਘੱਟ ਲਾਏ ਆ। ਪਰ ਉਹਦੇ 'ਚ ਜਵਾਬ 'ਚ ਰਾਹੁਲ ਗਾਂਧੀ ਨੇ ਕਿਹਾ GST ਜਾਂਦਾ ਟੈਕਸ ਜਿਹੜਾ ਹੈਗਾ ਉਹ ਤਾਂ ਇਕੱਲਾ ਹੀ ਬਹੁਤ ਹੈਗਾ, ਜਿੱਥੇ ਤੁਸੀਂ ਇੰਡਸਟਰੀ ਅਤੇ ਬਾਕੀਆਂ 'ਤੇ ਜਿਹੜੀਆਂ ਵਸਤਾਂ 'ਤੇ ਲਾ ਰਹੇ ਜੇ। ਔਰ ਉਹ ਟੈਕਸ ਜਿਹੜਾ ਹੈਗਾ ਸਭ ਤੋਂ ਵੱਧ ਹੈ, ਉਹ 'ਤੇ ਚੋਰੀ ਵੀ ਵੱਧ ਹੋ ਰਹੀ ਹੈ। ਔਰ ਬਲਕਾਰ ਦੀ ਜਿਹੜੇ ਕਰਜ਼ੇ ਲਿੱਤੇ ਨੇ ਸਭ ਤੋਂ ਵੱਧ ਇਹ 10 ਸਾਲਾਂ 'ਚ ਕਰਜ਼ੇ ਲਿੱਤੇ ਗਏ ਨੇ, ਬਹੁਤ ਕਿਸ ਗਿਣਤੀ 'ਚ ਆਉਣਗੇ? ਹਾਂ, ਬੈਂਕਾਂ ਦੇ ਅੰਕੜੇ ਦੱਸ ਰਹੇ ਆ ਔਰ ਲੈ ਕੇ ਨੇ ਕਾਰਪੋਰੇਟ ਨੇ, ਆਮ ਆਦਮੀ ਨੂੰ ਕਰਜ਼ੇ ਨਹੀਂ ਮਿਲੇ। ਸਰਕਾਰ ਦੇ ਜਿਹੜੇ ਨੁਮਾਇੰਦੇ ਨੇ, ਜਿਹੜੇ ਸਰਕਾਰ ਨੂੰ ਚਲਾਉਣ ਵਾਲੇ, ਕਰਜ਼ੇ ਉਹਨਾਂ ਨੇ ਲਏ ਆ। ਕੋਈ ਕਾਗਜ਼ ਨਹੀਂ, ਕੋਈ ਡਾਕੂਮੈਂਟਸ ਨਹੀਂ। ਕਈ ਇੱਕ ਇਹਨਾਂ ਦੇ ਨਾਲ ਹੀ ਹੋਰ ਵੀ ਹੈਗੇ, ਉਹ ਇੱਥੋਂ ਦੌੜ ਵੀ ਗਏ ਕਰਜ਼ੇ ਲੈ ਕੇ। ਉਦੋਂ ਬਾਅਦ ਉਹ ਜਿਹੜੀ ਆ ਪੰਜਾਬ ਨੈਸ਼ਨਲ ਬੈਂਕ ਉਹਦੇ ਵਿੱਚੋਂ ਕਰਜ਼ਾ ਲੈ ਕੇ ਮੁੜ ਕੇ ਮੁੜੇ ਨਹੀਂ ਉਹ। ਔਰ ਜਿੱਥੋਂ ਤੱਕ ਲੜਾਈਆਂ ਦਾ ਸੰਬੰਧ ਹੈ, ਹੁਣ ਇਸ ਵਕਤ ਪੂਰੀ ਦੁਨੀਆ ਦਾ ਜਿਹੜਾ ਜੀਓਪੋਲਿਟਿਕਸ ਹੈ ਜਾਂ ਪੂਰਾ ਸੀਨ ਹੈ ਬਦਲ ਚੁੱਕਾ ਹੈ। 1971 ਵੇਲੇ ਦੁਨੀਆ ਕਿਸੇ ਹੋਰ ਕਿਸਮ ਦੀ ਸੀ, ਸਿਨੈਰੀਓ ਬਦਲਿਆ, ਹੁਣ ਸਿਨੈਰੀਓ ਬਦਲਿਆ ਹੈ। ਉਦੋਂ ਅਮਰੀਕਾ ਤੇ ਰਸ਼ੀਆ ਦੇ ਵਿੱਚ ਕੋਲਡ ਵਾਰ ਚੱਲਦੀ ਸੀ, ਉਦੋਂ ਕੁਝ ਹੋਰ ਸੀ। ਉਦੋਂ ਪਾਕਿਸਤਾਨ ਨੂੰ ਆਪਣਾ ਪੁੱਤਰ ਬਣਾਇਆ ਹੋਇਆ ਸੀ ਅਮਰੀਕਾ ਨੇ, ਗੋਦ ਲਿੱਤਾ ਹੋਇਆ ਸੀ। ਸਾਰਾ ਡਿਫੈਂਸ ਦਾ ਖਰਚਾ ਇਹਨਾਂ ਕੋਲ ਹੀ, ਬਿਲਕੁਲ ਹੋਰ ਤਰ੍ਹਾਂ ਨਾਲ ਉਹਨੂੰ ਇਸਤੇਮਾਲ ਕੀਤਾ ਜਾਂਦਾ ਸੀ। ਅਫਗਾਨਿਸਤਾਨ ਦੇ ਵਿੱਚ ਜੋ ਸਾਰੀ ਗੱਲਾਂ ਹੋਈਆਂ ਉਹਨੂੰ ਚਰਚਾ ਤਾਂ ਵੱਖਰੀ ਗੱਲ ਹੈ। ਸੋ ਇਹ ਗੱਲਾਂ ਹੁੰਦੀਆਂ ਰਹੀਆਂ ਔਰ ਬਾਕੀ ਰਿਹਾ ਇਸ ਵਕਤ ਲੜਾਈਆਂ ਨਹੀਂ ਲੱਗਦੀਆਂ ਪਈਆਂ, ਉਹ ਵੱਖਰੀ ਗੱਲ ਹੈ। ਹੁਣ ਚੀਨ ਦੇ ਨਾਲ ਵੀ ਤਾਂ 2 ਵਾਰੀ ਹੱਥੋਂ ਪਾਈ ਹੋਏ ਹੀ ਆ, ਅਸੀਂ ਦੇਖੀ ਸਾਡੇ ਸੈਨਿਕਾਂ ਦੀ ਜਾਨ ਗਈ ਹੈ। ਸਰਹੱਦਾਂ ਤੇ ਹੁੰਦਾ ਰਹਿੰਦਾ, ਸਰਹੱਦਾਂ ਤੇ ਚੱਲਦਾ ਰਹਿੰਦਾ, ਸਾਰੀ ਰਿਪੋਰਟਿੰਗ ਤਾਂ ਨਹੀਂ ਨਾ ਪਹੁੰਚਦੀ ਸਾਡੇ ਕੋਲ। ਔਰ ਕੁਛ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਚੀਨ ਨੇ ਹੋਰ ਸਾਡਾ ਇਲਾਕਾ ਆਪਣੇ ਅੰਡਰ ਕਰ ਲਿਆ। ਇਹ ਵੀ ਗੱਲਾਂ ਆਉਂਦੀਆਂ ਪਈਆਂ ਨੇ। ਹੁਣ ਸੱਚਾਈ ਕਿੰਨੀ ਕੁ ਹੈ ਇਹ ਤਾਂ ਰਿਪੋਰਟ ਗਵਰਨਮੈਂਟ ਵੱਲੋਂ ਹੀ ਆਏਗੀ ਨਾ। ਹੁਣ ਇਹ ਸਭ ਗੱਲਾਂ ਇਲਾਕਾ ਜਿਹੜਾ ਨਾ 62 ਦੇ ਵਿੱਚ ਜਦੋਂ ਜੰਗ ਲੱਗੀ ਚਾਈਨਾ ਨਾਲ, ਬਹੁਤ ਉਹਨਾਂ ਹਥਿਆਰ ਲਿਆ ਸੀਗਾ, ਉਹਦੇ 'ਚ ਐਡਵਾਂਸ ਆ ਗਏ ਸੀ ਚਾਈਨਾ ਦੇ ਲੋਕ ਔਰ ਡਿਫੈਂਸ ਉਹਨਾਂ ਦੀ। ਪਰ ਇਹਦੇ ਵਿੱਚ ਇਹਨਾਂ ਨੇ ਵੀ ਉਹ ਬਹੁਤੀ ਨਹੀਂ ਕੀਤੀ। ਜਿਹੜੀ ਕਾਂਗਰਸ ਸੀ ਉਦੋਂ, ਜਵਾਹਰ ਲਾਲ ਨਹਿਰੂ ਸੀਗਾ ਉਦੋਂ, ਉਹਨਾਂ ਨੇ ਵੀ ਬਹੁਤੀ ਭੱਜ ਦੌੜ ਨਹੀਂ ਕੀਤੀ, ਨਾ UN ਨੂੰ ਕੰਪਲੇਂਟ ਕੀਤੀ ਆ। ਇਸ ਕਰਕੇ ਕਿ ਪਲੇਨ ਏਰੀਆ ਦਾ ਪਤਾ ਲੱਗ ਜਾਂਦਾ। ਉਹਨਾਂ ਕਿਹਾ ਪਹਾੜੀਆਂ ਹੈਗੀਆਂ ਸੀ ਕਰਨੀਆਂ, 'ਚ ਕੀ ਉੱਗਣਾ, ਇਹ 'ਚ ਕੀ ਪੈਦਾਵਾਰ ਹੋਣੀ ਹੈ। ਇਹਨਾਂ ਨਹੀਂ ਬਹੁਤਾ ਧਿਆਨ ਦਿੱਤਾ, ਨਾ UN ਨੂੰ ਕੋਈ ਕੰਪਲੇਂਟ ਕੀਤੀ। ਉਹ ਅਜੇ ਤੱਕ ਹਥਿਆ ਕੇ ਬੈਠੇ, ਗੱਲ ਤੁਹਾਡੀ ਠੀਕ ਹੈਗੀ। ਔਰ ਇਹਨਾਂ ਨੇ ਜਿਹੜਾ ਪਹਾੜੀ ਏਰੀਆ ਸੀ, ਲੇਹ ਲਦਾਖ ਦਾ ਏਰੀਆ, ਤਿੱਬਤ ਦਾ ਏਰੀਆ, ਸਾਰਾ ਕੁਝ ਉਹਨਾਂ ਦੇ ਹਵਾਲੇ ਕੀਤਾ ਪਿਆ ਔਰ ਨਾ ਸਰਕਾਰ ਨੇ ਕੀਤਾ। ਹੋ ਸਕਦਾ ਕਿ ਅੰਦਰੋਂ ਇਹ ਡਰਦੇ ਹੋਣ ਚਾਈਨਾ ਤੋਂ, ਹੋ ਸਕਦਾ ਵਰਲਡ ਵਾਰ ਤੋਂ ਡਰਦੇ ਹੋਣ, ਹੋ ਸਕਦਾ ਅਮਰੀਕਾ ਤੋਂ ਡਰਦੇ ਹੋਣ ਕਿ ਉਦੋਂ ਅਮਰੀਕਾ ਦੇ ਪੱਖੀ ਸੀਗੇ, ਵੀਟੋ ਪਾਵਰ ਇਹਨਾਂ ਸਾਰਿਆਂ ਕੰਟਰੀਆਂ ਕੋਲ ਗਏ। ਉਦੋਂ ਸਾਡਾ ਦੇਸ਼ ਵਿਕਾਸਸ਼ੀਲ ਸੀਗਾ, ਹੁਣ ਕਹਿੰਦੇ ਕਿ ਅੱਗੇ ਨਿਕਲ ਗਿਆ। ਇਹਦੇ 'ਚ ਵੀ ਗੱਲਾਂ ਹੀ ਹੈਗਾ, ਅੱਗੇ ਅਸੀਂ ਇੰਨਾ ਨਹੀਂ ਨਿਕਲੇ ਜਿੰਨੇ ਅਮਰੀਕਾ ਤੇ ਜਿੱਥੇ ਚਾਈਨਾ ਤੇ ਜਿੱਥੇ
ਜਾਪਾਨ ਵਰਗੇ ਦੇਸ਼ ਬੈਠੇ ਨੇ। ਸਾਡੇ ਕੋਲ ਸਿਰਫ ਐਲਾਨਨਾਮੇ ਆ, ਸਾਡੇ ਕੋਲ ਮੈਨੀਫੈਸਟੋ ਆ, ਸਾਡੇ ਕੋਲ ਗੱਲਾਂ ਨੇ। ਔਰ ਐਕਚੁਅਲ ਗੱਲ ਇਹ ਹੈ ਕਿ ਜੋ ਪਬਲਿਕ ਨੂੰ ਦਿਖਾਇਆ ਜਾਂਦਾ ਹੈ ਆ ਉਹ ਪੂਰਾ ਸੱਚ ਨਹੀਂ ਹੁੰਦਾ। ਸਹੀ ਗੱਲ। ਪਰਦੇ ਦੇ ਪਿੱਛੇ ਦੀ ਸੱਚਾਈ ਕੁਝ ਹੋਰ ਹੁੰਦੀ ਹੈ। ਜੋ ਆਪਣੀਆਂ ਜਿੱਦਾਂ ਮੈਂ ਪਹਿਲਾਂ ਕਿਹਾ ਪੋਲੀਟੀਕਲ ਕੰਪਲਸ਼ਨਸ ਹੁੰਦੀਆਂ ਨੇ, ਸੱਤਾ 'ਚ ਬਣੇ ਰਹਿਣ ਵਾਸਤੇ ਜੋ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਉਹ ਵੀ ਕਰਨੀਆਂ ਪੈਂਦੀਆਂ ਨੇ। ਸੋ ਪਰਦੇ ਦੇ ਪਿੱਛੇ ਦੀ ਸੱਚਾਈ ਕੁਝ ਹੋਰ ਹੈ, ਪਬਲਿਕ ਨੂੰ ਜੋ ਦਿਖਾਇਆ ਜਾਂਦਾ ਉਹ ਕੁਝ ਹੋਰ ਹੈ। ਹੁਣ ਪਬਲਿਕ ਕਿੰਨੀ ਸਿਆਣੀ ਹੈ ਕਿ ਉਹ ਪਰਦੇ ਦੇ ਪਿੱਛੇ ਦੀ ਸੱਚਾਈ ਵੀ ਜਾਣਦੀ ਹੈ, ਉਹ ਸਭ ਕੁਝ ਜਾਣਦੀ ਹੈ। ਖੰਨਾ ਜੀ ਗੱਲ ਤੁਹਾਡੀ ਸਹੀ ਹੈ। ਪਬਲਿਕ ਦੀ ਤੁਸੀਂ ਗੱਲ ਕੀਤੀ ਹੈ ਨਾ, ਪਬਲਿਕ ਇੰਨੀ ਵਿਜੀਲੈਂਟ ਨਹੀਂ ਹੈਗੀ ਇੰਡੀਆ ਦੇ ਅਜੇ ਤੱਕ, ਇੰਨੇ ਪੜ੍ਹੇ ਲਿਖੇ ਨਹੀਂ ਹੈਗੇ। ਇਲਿਟਰੇਸੀ ਬਹੁਤ ਹੈਗੀ ਹੈ। ਯੂਪੀ, ਬਿਹਾਰ, ਮੱਧ ਪ੍ਰਦੇਸ਼, ਦੇਖੋ ਉੱਧਰ ਜਾ ਕੇ। ਸਾਡਾ ਪੰਜਾਬ ਤਾਂ ਹੈਗਾ ਪੜ੍ਹਿਆ ਲਿਖਿਆ, ਬਾਹਰ ਵੀ ਬੈਠੇ ਅਸੀਂ, ਹੁਸ਼ਿਆਰਪੁਰ ਸਾਡਾ ਅੱਗੇ ਹੈਗਾ, ਕੇਰਲਾ ਅੱਗੇ ਹੈਗਾ, ਔਰ ਪੰਜਾਬ ਦੇ ਵਿੱਚ ਵੀ ਪੜ੍ਹਾਈ ਬਹੁਤ ਹੈਗੀ। ਜਦੋਂ ਦਿਨ ਜਦ ਅਸੀਂ ਪੜ੍ਹਦੇ ਨਹੀਂ, ਸਾਨੂੰ ਲੋਕਤੰਤਰ, ਡੈਮੋਕ੍ਰੇਸੀ ਔਰ ਸੰਵਿਧਾਨ ਔਰ ਵੋਟ ਦਾ ਵੈਲਿਊ ਦਾ ਨਹੀਂ ਪਤਾ ਲੱਗੂਗਾ। ਔਰ ਇਸੇ ਕਰਕੇ ਦੂਜੀ ਗੱਲ ਹੈਗੀ ਅਸੀਂ ਧਰਮਾਂ 'ਚ ਵੰਡੇ ਪਏ ਹਾਂ। ਕੋਈ ਕਹਿੰਦੇ ਆਹ ਸਰਕਾਰ ਹੈਗੀ ਹੈ, ਹਿੰਦੂ ਸਰਕਾਰ ਆ, ਸਿੱਖਾਂ ਦੀ ਆ, ਅਕਾਲੀ ਦਲ ਹੈ, ਦੂਜਾ ਵਾ, ਧਰਮਾਂ ਦੇ ਵੰਡ ਨੇ। ਇਹ ਕ੍ਰਿਸਚਨ ਆ, ਇਹ ਧਰਮਾਂ ਦੀ ਵੰਡ ਨੇ, ਇਹ ਪਾੜੇ ਨੇ, ਇਸ ਵੰਡ ਪੁਣੇ ਨੇ ਦੇਸ਼ ਨੂੰ ਇੰਨੀਆਂ ਖੱਡਾਂ ਦੇ ਵਿੱਚ ਧਕੇਲ ਦਿੱਤਾ। ਉਹ ਵੀ ਬੜੀ ਮਾੜੀ ਹਾਲਤ ਹੈ। ਲੋਕਾਂ ਦਾ ਧਰਮ 'ਤੇ ਬਹੁਤ ਯਕੀਨ ਆ, ਖਾਸ ਕਰਕੇ ਜਿੰਨੇ ਪੜ੍ਹੇ ਲਿਖੇ ਲੋਕ ਨੇ ਉਹ ਧਰਮ ਦੇ ਨਾਂ 'ਤੇ ਵੋਟਾਂ ਪਾ ਦਿੰਦੇ। ਸਾਡੇ ਤਾਂ ਪੰਜਾਬ 'ਚ ਤਕੜੀ ਹੋ ਜਾਂਦੀ ਪਿੰਡਾਂ ਦੇ ਵਿੱਚ, ਹੈ ਨਾ। ਫਿਰ ਪੰਜਾਬ ਸਾਰੇ ਉਹਦੇ ਵਿੱਚ ਵੀ ਤਿਰੰਗਾ ਪੰਜਾਬ, ਉਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਲੋਕਾਂ ਦੇ ਮਨ 'ਚ ਵਸਾਈਆਂ ਲੋਕਾਂ ਦੇ। ਪਰ ਹੁਣ ਯੂਥ ਪੜ੍ਹ ਲਿਖ ਗਿਆ, ਮੁੰਡੇ ਅੱਗੇ ਆ ਗਏ। ਅੱਗੇ ਬਾਪੂ ਹੋਰ ਕੁਝ ਬੋਲਦਾ ਸੀ, ਮਾਂ ਹੋਰ ਕੁਝ ਬੋਲਦੀ ਤੇ ਮੁੰਡਾ ਚੁੱਪ ਹੋ ਜਾਂਦਾ ਹੈ। ਮੁੰਡਾ ਹੁਣ ਅੱਗੇ ਕਹਿੰਦਾ, ਦਲੀਲ ਦਿੰਦਾ, ਤਰਕ ਦਿੰਦਾ, ਆਰਗੂਮੈਂਟ ਦਿੰਦਾ ਵੀ ਪਾਪਾ ਉਹ ਬਾਪੂ ਇਹ ਆ ਨਹੀਂ, ਆਹ ਪਾਰਟੀ ਚੰਗੀ ਆ, ਅਸੀਂ ਉੱਧਰ ਲੈ ਕੇ ਜਾਵਾਂਗੇ। ਜਿੱਦਾਂ ਬਰਾਕ ਓਬਾਮਾ ਨੂੰ ਯੂਥ ਲੈ ਕੇ ਆਏ 2 ਵਾਰ। ਉਹਨਾਂ ਨੂੰ ਪਤਾ ਸੀ ਕਿ ਦੇਸ਼ ਦਾ ਜਿਹੜਾ ਸਿਖਰਾਂ 'ਤੇ ਪਹੁੰਚਾਉਣ ਵਾਲੇ, ਦੇਸ਼ ਦਾ ਵਿਕਾਸ ਕਰਨ ਵਾਲੇ, ਸਾਡੀ ਗੱਲ ਮੰਨਣ ਵਾਲੇ ਉਹ ਲੋਕ ਨੇ ਜਿਨ੍ਹਾਂ ਦੇ ਵਿੱਚ ਸਵਾਰਥ ਨਹੀਂ, ਸੈਲਫਿਸ਼ ਨਹੀਂ, ਉਹ ਬੰਦੇ ਨੇ। ਇਹ ਯੂਥ ਦੇ ਅੰਦਰ ਇੱਕ ਨੀਤੀ ਹੁੰਦੀ। ਬਿਲਕੁਲ ਜੀ। ਔਰ ਜਿੱਥੋਂ ਤੱਕ ਇੱਕ ਦੂਜੇ ਦੇ ਉੱਤੇ ਚੱਕੜ ਸੁੱਟਣ ਵਾਲੀ ਗੱਲ ਹੈ, ਉਹ ਸਾਡੇ ਬਜ਼ੁਰਗ ਕਹਿੰਦੇ ਨੇ ਨਾ, ਬੁਰਾ ਜੋ ਦੇਖਣ ਮੈਂ ਚੱਲਾ, ਬੁਰਾ ਨਾ ਮਿਲਿਆ ਕੋਏ, ਜੋ ਮਨ ਦੇਖਿਆ ਆਪਣਾ, ਮੁਝ ਸੇ ਬੁਰਾ ਨਾ ਕੋਈ। ਮਤਲਬ ਮੈਂ ਸਭ ਤੋਂ ਬੁਰਾ ਹਾਂ ਜੇ ਇਸ ਨੀਤੀ ਤੇ ਚੱਲੋ। ਪਰ ਇਹ ਤੇ ਦੂਸਰੀ ਨੀਤੀ ਹੈ ਨਾ, ਅੰਦਰ ਝਾਤੀ ਨਹੀਂ ਮਾਰਦੇ, ਆਪਣੇ ਹੀ ਗਰੇਮਾਨ में ਸਿਰ ਨੀਵਾ ਕਰ ਦੇ, ਆਪਣੇ ਹੀ ਗਰੇਮਾਨ में ਸਿਰ ਨੀਵਾ ਕਰ ਦੇ। ਸੋ ਅੱਗੇ ਆਪਾਂ ਵਧੀਏ ਜੀ। ਲਓ ਜੀ। ਔਰ ਹੋਰ ਵੀ ਇਲਜ਼ਾਮ ਨੇ। ਉद्धਵ ਠਾਕਰੇ ਸ਼ਿਵ ਸੈਨਾ ਮੁਖੀ ਕਹਿੰਦੇ ਨੇ ਕਿ ਜਿਹੜੀ ਐਨਡੀਏ ਹੈ, ਯਾਨੀ ਜੋ ਬੀਜੇਪੀ ਦੀ ਟੀਮ ਹੈ, ਉਹ ਕੇਵਲ 3 ਪਾਰਟੀਆਂ ਨੇ। ਇੱਕ ਪਾਰਟੀ ਤੇ ਉਹਦੇ ਚ ਹੈਗੀ ਸੀਬੀਆਈ, ਉਹਦੇ ਰੇਡਸ ਪੈਂਦੇ ਆ। ਦੂਸਰੀ ਈਡੀ, ਉਹਦੇ ਰੇਡਸ ਪੈਂਦੇ ਨੇ। ਤੀਸਰੀ ਆਈਟੀ, ਇਨਕਮ ਟੈਕਸ ਵਾਲੇ। ਇਹ 3 ਸੀਬੀਆਈ, ਈਡੀ ਤੇ ਆਈਟੀ, ਇਹ ਤਿੰਨਾਂ ਪਾਰਟੀਆਂ ਨੂੰ ਮਿਲਾ ਕੇ ਬਣਦੀ ਹੈ ਐਨਡੀਏ। ਮਤਲਬ ਇਹ ਬੀਜੇਪੀ ਦੇ ਉੱਤੇ ਇਲਜ਼ਾਮ ਸ਼ਿਵ ਸੈਨਾ ਦੇ ਮੁਖੀ ਲਗਾ ਰਹੇ ਨੇ। ਉद्धਵ ਠਾਕਰੇ ਨੇ, ਜਿਹੜੇ ਸ਼ਿਵ ਸੈਨਾ ਦੇ ਮੁਖੀ ਔਰ ਮੁੱਖ ਮੰਤਰੀ ਨੇ, ਉਹਨਾਂ ਨੇ ਵੈਸੇ ਇਹ ਗੱਲ ਕਹਿਤੀ ਹੈ ਕਿ ਜੇ ਅਸੀਂ ਗੱਲ ਸੋਚੀਏ, ਵਿਚਾਰੀਏ, ਤੇ ਜੋ ਪਾਰਟੀਆਂ ਨੂੰ ਜਾਂ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਦਾ ਸਲੀਕਾ ਜਿਹੜਾ ਇਹਨਾਂ ਕੋਲ ਐਨਡੀਏ ਕੋਲ ਹੈਗਾ, ਉਹ 3 ਏਜੰਸੀਆਂ ਨੇ ਹੈਗਾ, ਜਿਨ੍ਹਾਂ ਨੇ ਕਿਹਾ ਕਿ 3 ਪਾਰਟੀਆਂ ਉਹਨਾਂ ਦੀ ਹੈਗੀਆਂ, ਜਿਹਦੇ ਵਿੱਚ ਈਡੀ ਦਾ ਹੁਣੇ ਇਹਨਾਂ ਨੇ ਕਾਰਜਕਾਲ ਵਧਾ ਦਿੱਤਾ। ਸ਼ਾਇਦ ਸਾਡੇ ਦਰਸ਼ਕਾਂ ਨੂੰ ਪਤਾ ਹੈਗਾ, ਹੁਣੇ ਉਹਨਾਂ ਨੂੰ ਸਤੰਬਰ ਤੱਕ ਐਕਸਟੈਂਸ਼ਨ ਦੇ ਦਿੱਤੀ ਹੈ ਉਹਨਾਂ ਦੀ ਸਰਵਿਸ ਦੇ ਵਿੱਚ। ਉਹਨਾਂ ਦਾ ਨਾਮ ਹੈਗਾ ਸੰਜੇ ਕੁਮਾਰ ਮਿਸ਼ਰਾ, ਜਿਹੜੇ ਈਡੀ ਦੇ ਡਾਇਰੈਕਟਰ ਨੇ। ਉਹਨਾਂ ਨੂੰ ਕਰਕੇ ਇਹਨਾਂ ਨੇ ਦੇ ਕੇ ਕਹਿਤਾ ਕਿ ਤੁਸੀਂ ਸਤੰਬਰ ਤੱਕ ਬਣੇ ਰਹੋ, ਅੱਗੇ ਦੇਖੋ ਕੀ ਕਰਦਾ, ਕੀ ਕੁਛ ਹੁੰਦਾ। ਹੁਣ ਸਤੰਬਰ ਤੱਕ ਕਹਿਤਾ, ਔਰ ਉਸ ਤੋਂ ਬਾਅਦ ਅੱਗੇ ਵੀ ਇਜ਼ਾਫਾ ਹੋ ਸਕਦਾ। ਪਰ ਜਿਹੜੀ ਸੁਪਰੀਮ ਕੋਰਟ ਉਹਨਾਂ ਨੇ ਕਹਿਤੀ ਗੱਲ, ਉਹ ਕਹਿੰਦੇ ਤੁਹਾਨੂੰ ਇਹ ਤੋਂ ਵੱਧ ਕੋਈ ਵੀ ਜ਼ਿਆਦਾ ਸੁਲਝਿਆ ਤੇ ਬੁੱਧੀਮਾਨ ਤੇ ਕੋਈ ਇੰਟੈਲੀਜੈਂਟ ਬੰਦਾ ਹੋਰ ਨਹੀਂ, ਕੋਈ ਤੁਹਾਡਾ ਆਈਐਸ, ਆਈਪੀਐਸ ਜਾਂ ਜਿਹੜੇ ਬਾਕੀ ਏਜੰਸੀਆਂ ਨੇ ਜਿਹੜੀਆਂ ਸੇਵਾਵਾਂ ਜਿਹੜੀਆਂ ਦੇਸ਼ ਦੀਆਂ, ਉਹਨਾਂ ਵਿੱਚ ਹੋਰ ਐਡਮਿਨਿਸਟ੍ਰੇਸ਼ਨ ਦਾ ਕੋਈ ਬੰਦਾ ਹੋਰ ਨਹੀਂ ਮਿਲਿਆ, ਤੁਹਾਨੂੰ ਇੱਕੋ ਹੀ ਬੰਦਾ ਮਿਲਿਆ। ਇਹ ਗੱਲ ਹੁਣ ਉद्धਵ ਠਾਕਰੇ ਨੇ ਬਿਲਕੁਲ ਹੀ ਸੂਟੇਬਲ ਔਰ ਬਹੁਤ ਵਧੀਆ ਟਾਈਮਲੀ ਕਹੀ ਹੈ। ਜੇ ਸੁਪਰੀਮ ਕੋਰਟ ਨੇ ਕਿਹਾ ਤਾਂ ਉਹਨਾਂ ਵੀ ਇਹੀ ਗੱਲ ਕਹੀ ਹੈ ਕਿ ਜਿਹੜਾ ਈਡੀ ਆ ਜਾਂ ਸੀਬੀਆਈ ਆ ਜਾਂ ਜਿਹੜਾ ਇਨਕਮ ਟੈਕਸ ਆ, ਇਹੀ ਲੋਕਾਂ ਨੂੰ ਭੌਂਚੜੀ ਪਾਈ ਫਿਰਦੇ ਆ ਔਰ ਉਹਨਾਂ 'ਤੇ ਇਹ ਇਲਜ਼ਾਮ ਲਾ ਦਿੰਦੇ ਆ, ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜਿਸ ਤਰ੍ਹਾਂ ਪੰਜਾਬ ਵਿੱਚ ਵਿਜੀਲੈਂਸ, ਸਾਡੇ ਕਾਂਗਰਸੀ ਲੀਡਰ, ਸਾਡੇ ਅਕਾਲੀ ਦਲ ਦੇ ਲੀਡਰ, ਸਾਡੇ ਵਿਰੋਧੀ ਜਿੰਨੇ ਵੀ ਧਿਰਾਂ ਦੇ ਲੀਡਰ ਨੇ, ਉਹਨਾਂ 'ਤੇ ਹੁੰਦਾ ਛਾਪਾ। ਉਹਦੇ ਵਿੱਚੋਂ ਕਈ ਤਾਂ ਵੈਸੇ ਪਤਾ ਲੱਗ ਗਿਆ ਕਿ ਉਹਨਾਂ ਕੋਲ ਵੱਧ ਜਾਇਦਾਦ ਬਣਾਈ ਆ, ਉਹ ਫੜੇ ਨੇ ਜਿਹੜੇ, ਉਹ ਜਿੱਦਾਂ ਗੀਤ ਹੈਗਾ ਵੀ ਸਾਰੇ ਫੜੇ ਜਾਣਗੇ, ਸਾਰੇ ਫੜੇ ਜਾਣਗੇ, ਉਹ ਸਾਰੇ ਫੜੇ ਗਏ। ਔਰ ਹੁਣ ਸੈਂਟਰ 'ਚ ਵੀ ਇਹ ਕੰਮ ਚਲੇ ਗਿਆ। ਇਹ ਜਿਹੜੀ ਗੱਲ ਉद्धਵ ਠਾਕਰੇ ਨੇ ਕਹੀ ਹੈ, ਇਹਨੂੰ ਲੋਕਾਂ ਨੇ ਬਿਲਕੁਲ ਜੀ ਆਇਆਂ ਕਿਹਾ ਕਿ ਵਾਕਿਆ ਗੱਲ ਹੈਗੀ ਆ ਕਿ ਬਾਕੀ ਪਾਰਟੀਆਂ ਦੇ ਟਾਈਮ 'ਤੇ ਨਹੀਂ ਸੀ ਜਿੰਨਾ ਹੁਣ ਹੈਗਾ। ਔਰ ਜੇ ਇੱਕ ਸੀਬੀਆਈ ਦੇ ਡਾਇਰੈਕਟਰ ਹੈ ਐਕਸ ਜੋਗਿੰਦਰ ਸਿੰਘ, ਜਦੋਂ ਰਹੇ ਆ ਉਹਨਾਂ ਨੇ ਬੜੇ ਕੇਸ ਕੀਤੇ, ਕਾਂਗਰਸ ਦੇ ਟਾਈਮ 'ਤੇ ਸੀ, ਬਹੁਤ ਲੋਕਾਂ ਨੂੰ ਅੰਦਰ ਪਾਇਆ, ਗ੍ਰਿਫਤਾਰ ਕੀਤਾ, ਕੇਸ ਕੀਤੇ। ਤੇ ਸੀਬੀਆਈ ਦੇ ਬਾਅਦ 'ਚ ਉਹਨਾਂ ਨੇ ਜਦੋਂ ਰਿਟਾਇਰਮੈਂਟ ਹੋ ਗਈ, ਉਹਨਾਂ ਨੇ ਕਿਤਾਬ ਲਿਖੀ ਉਹਦੇ 'ਤੇ
ਕਿ ਮੈਂ ਕੀ ਕੁਝ ਕਰਦਾ ਰਿਹਾ ਔਰ ਕਿਉਂ ਕਰਦਾ ਰਿਹਾ, ਇਹਦੇ ਪਿੱਛੇ ਕੌਣ ਸੀ, ਕਿ ਸਰਕਾਰ ਦਾ ਪ੍ਰੈਸ਼ਰ ਸੀਗਾ, ਮੈਂ ਲੋਕਾਂ ਨੂੰ ਮਾਨਸਿਕ ਤੌਰ ਤੇ ਕਿੰਨਾ ਪਰੇਸ਼ਾਨ ਕੀਤਾ, ਮੰਨਿਆ। ਔਰ ਇਸੇ ਤਰ੍ਹਾਂ ਹੀ ਇਹ ਹੁਣ ਵੀ ਸਰਕਾਰਾਂ ਕਰਦੀਆਂ। ਇੱਕ ਜਿੱਦਾਂ ਤੁਸੀਂ ਅੱਗੇ ਗੱਲ ਕਹੀ ਹੈ, ਇੱਕ ਸਰਕਾਰ ਨਹੀਂ ਕਰਦੀ, ਜਿਹੜੀ ਸਰਕਾਰ ਆ ਗਈ, ਜਿਹਦੇ ਕੋਲ ਆ ਗਿਆ ਛੜੀ ਆ ਗਈ, ਉਹਨਾਂ ਨੇ ਕਮਾਉਣੀ ਆ, ਕਿਸੇ ਨੱਕ ਤੇ ਵਾਜੇ, ਅੱਖ ਤੇ ਵਾਜੇ, ਕਿਸੇ ਕੰਨ ਤੇ ਵਾਜੇ, ਸਿਰ 'ਚ ਵਾਜੇ, ਉਹ ਨਹੀਂ ਬਾਦਰ ਕਰਦੇ। ਇਹ ਵੀ ਹੁਣ ਦੀ ਸਰਕਾਰ ਵੀ ਹੈ, ਬਾਹਰਲੀ ਬਾਕੀ ਸਰਕਾਰ। ਬਲਕਾਰ ਜੀ, ਵਿਰੋਧੀ ਧਿਰਾਂ ਇਹ ਵੀ ਕਹਿੰਦੀਆਂ ਨੇ ਆ ਕਿ ਕੋਈ ਵੀ ਬੰਦਾ ਕਰਪਟ ਹੋਵੇ, ਉਹਦੇ ਉੱਤੇ ਈਡੀ ਦਾ ਛਾਪਾ ਪਵੇ, ਆਈਟੀ ਦਾ ਛਾਪਾ ਪਵੇ, ਸੀਬੀਆਈ ਦਾ ਛਾਪਾ ਪਵੇ, ਕਰਪਟ ਹੋਵੇ, ਤੇ ਜੇ ਉਹ ਬੰਦਾ ਬੀਜੇਪੀ ਜੁਆਇਨ ਕਰ ਲੈਂਦਾ ਤੇ ਉਹ ਸਾਰੇ ਛਾਪੇ ਪਤਾ ਨਹੀਂ ਕਿੱਧਰ ਜਾਂਦੇ ਨੇ, ਉਹ ਸਾਫ ਸੁਥਰਾ ਹੋ ਜਾਂਦਾ। ਸਾਰੇ ਇਹ ਵੀ ਵਿਰੋਧੀ ਧਿਰਾਂ ਕਹਿੰਦੀਆਂ ਨੇ, ਜਿੰਨੇ ਉਹਨਾਂ ਤੇ ਦੋਸ਼ ਆ ਸਾਰਾ ਮੁਕਤ ਕਰ ਦਿੰਦੇ ਨੇ, ਦੋਸ਼ ਮੁਕਤ ਕਰ ਦਿੰਦੇ ਆ। ਔਰ ਤੁਹਾਡੀ ਗੱਲ ਸਹੀ ਆ, ਬਹੁਤ ਗਏ ਵੀ ਆ ਜਿਨ੍ਹਾਂ ਤੇ ਇਹਨਾਂ ਨੇ ਛਾਪੇ ਲਾਏ ਸੀ, ਜਿਨ੍ਹਾਂ ਤੇ ਰੇਡ ਕੀਤੇ ਸੀ, ਜਿਨ੍ਹਾਂ ਨੂੰ ਪਤਾ ਵੀ ਜਾਇਦਾਦ ਤੋਂ ਵੱਧ ਬਣਾ ਚੁੱਕੇ ਸਾਰਾ ਕੁਛ ਆ। ਹੁਣ ਤੁਸੀਂ ਇੱਕ ਗੱਲ ਕਰ ਲਓ, ਜੇ ਤੁਸੀਂ ਇਹ ਗੱਲ ਕੀਤੀ ਆ, ਗੁਰਮੀਤ ਰਾਮ ਰਹੀਮ ਪੈਰੋਲ ਤੇ ਬਾਹਰ ਆ ਜਾਂਦੇ ਜਦੋਂ ਮਰਜ਼ੀ ਦੇ ਇਲੈਕਸ਼ਨ ਹੁੰਦੀ ਆ, ਤੇ ਮਨੀਸ਼ ਸਿਸੋਦੀਆ ਜਿਹੜਾ ਉਹਦੀ ਵਾਈਫ ਬਿਮਾਰ ਆ, ਉਹ ਅਜੇ ਅੰਦਰ ਡੱਕੇ ਪਏ ਆ। ਉਹ ਮੰਤਰੀ ਰਹੇ, ਐਜੂਕੇਸ਼ਨ ਮੰਤਰੀ ਆ, ਜਿਹੜੇ ਬਿਜ਼ਨਸ ਦੇ ਮੰਤਰੀ ਰਹੇ ਆ, ਉਹਨਾਂ ਦੇ ਆਬਕਾਰੀ ਦੀਆਂ ਨੀਤੀਆਂ ਦੀਆਂ ਜਿਹੜੀਆਂ ਕੀਤਾ ਵਾ ਵਿਰੋਧ, ਉਹਦੇ ਤੇ ਉਹਨਾਂ ਦਾ ਦੋਸ਼ ਲਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਅੰਦਰ ਆ, ਉਹ ਬਾਹਰ ਨਹੀਂ ਆਏ। ਤੇ ਪੈਰੋਲ ਤੇ ਰਾਮ ਰਹੀਮ ਜੀ ਪਤਾ ਨਹੀਂ ਕਿੰਨੀ ਵਾਰੀ ਆ ਚੁੱਕੇ ਆ। ਔਰ ਜਦੋਂ ਵੀ ਇਲੈਕਸ਼ਨ ਹੁੰਦੀ ਹੈ, ਇਲੈਕਸ਼ਨ ਨੇੜੇ ਆਉਂਦੀ ਹੈ, ਉਦੋਂ ਉਹ ਬਾਹਰ ਆ ਜਾਂਦੇ 30 ਦਿਨ ਲਈ, ਕਦੀ ਜਨਮ ਦਿਨ ਹੁੰਦਾ, ਕਦੀ ਉਹਦਾ ਕਿਸੇ ਦਾ ਵਿਆਹ ਹੁੰਦਾ। ਇਹ ਦੇਖੋ, ਇਹ ਵੀ ਲੋਕਤੰਤਰ ਹੈ, ਇਹ ਵੀ ਸਾਡੀ ਜੁਡੀਸ਼ਰੀ ਹੈ, ਇਹ ਵੀ ਸਾਡੀ ਪੋਲੀਟੀਕਲ ਪ੍ਰੈਸ਼ਰ ਹੈ, ਇਹ ਵੀ ਗੱਲਾਂ ਹੈਗੀਆਂ ਕਿ ਜਿਹਦਾ ਪਿੱਛਾ ਹੈਗਾ, ਜਿਹਦਾ ਕਿੱਲਾ ਕਾਇਮ ਆ, ਉਹਦੇ ਲਈ ਰਾਜਨੀਤੀ ਵੀ ਉਹਦੇ ਲਈ ਇੱਕ ਤਰ੍ਹਾਂ ਦੀ ਵੱਡੀ ਜਿਹੜੀ ਹੈ ਸੰਸਥਾ, ਉਹਦੇ ਤੋਂ ਹੀ ਆਪਣਾ ਬੈਨੀਫਿਟ ਲੈਂਦਾ ਆਪਣੇ ਤਰੀਕੇ ਨਾਲ। ਔਰ ਜਿਹੜਾ ਡੇਰਾਵਾਦ ਹੈਗਾ, ਜਿਹਦੇ 'ਚ ਦੇਹਧਾਰੀ ਜਿਹੜੇ ਆਪਣੇ ਫਿਜ਼ੀਕਲ ਗੁਰੂ ਬਣ ਕੇ ਬੈਠੇ ਨੇ, ਉਹ ਵੀ ਵੋਟ ਬੈਂਕ ਨੇ ਉਹਨਾਂ ਦੇ ਵਿੱਚ। ਕਾਂਗਰਸ ਵੀ ਉਹਨਾਂ ਦੇ ਪਿੱਛੇ ਜਾਂਦੀ ਹੈ, ਅਕਾਲੀ ਦਲ ਵੀ ਉਹਨਾਂ ਦੇ ਪਿੱਛੇ ਗਿਆ ਵਾ। ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਬੀਜੇਪੀ ਵੀ ਉਹਨਾਂ ਦੇ ਮਗਰ ਜਾਂਦੀ ਹੈ, ਜਿੰਨੀਆਂ ਵੀ ਵਿਰੋਧੀ ਪਾਰਟੀਆਂ ਤੇ ਰੂਲਿੰਗ ਪਾਰਟੀਆਂ ਉਹਨਾਂ ਦੇ ਪਿੱਛੇ ਜਾਂਦੀਆਂ, ਕਿਉਂਕਿ ਉੱਥੇ ਬੀਬੀਆਂ ਆਉਂਦੀਆਂ, ਉੱਥੇ ਬਾਬੇ ਬੰਦੇ ਵੀ ਆਉਂਦੇ ਆ ਨਾਲ, ਔਰ ਸਾਰੇ ਪਰਿਵਾਰ ਆਉਂਦੇ ਆ, ਔਰ ਉਹਨਾਂ ਦੇ ਕੋਲ ਜਾ ਕੇ ਡੇਰਾ ਉਹ ਜਾ ਕੇ ਵੋਟਾਂ ਮੰਗਦੇ ਆ, ਔਰ ਸਾਰਾ ਕੁਝ ਬਾਕਾਇਦਾ ਤੌਰ ਤੇ ਮੀਡੀਆ 'ਚ, ਅਖਬਾਰਾਂ 'ਚ ਆਉਂਦਾ ਰਹਿੰਦਾ। ਇਹ ਹੈ ਸਾਡੇ ਦੇਸ਼ ਦਾ ਲੋਕਤੰਤਰ। ਕਿਸ ਤਰ੍ਹਾਂ ਲੋਕਾਂ ਦੇ ਲਈ ਅਸੀਂ ਬਾਇਸ ਹੋ ਜਾਂਦੇ ਹਾਂ, ਕਿਸ ਤਰ੍ਹਾਂ ਰਾਜਨੀਤੀ ਨੂੰ ਗ੍ਰਿਫਤ ਵਿੱਚ ਲੈਂਦੇ ਹਾਂ, ਤੇ ਕਿਸ ਤਰ੍ਹਾਂ ਲੋਕਾਂ ਨੂੰ ਪਰੇਸ਼ਾਨ ਕਰਦੇ ਹਾਂ। ਬਿਲਕੁਲ ਸਹੀ ਗੱਲ ਹੈ, ਪਰੇਸ਼ਾਨ ਲੋਕ ਹੁੰਦੇ ਨੇ ਜੀ, ਔਰ ਲੋਕਾਂ ਦੀ ਪਰੇਸ਼ਾਨੀ ਨੂੰ ਅਸੀਂ ਚਰਚਾ ਦਾ ਵਿਸ਼ਾ ਬਣਾਉਂਦੇ ਹਾਂ। ਸਹੀ ਗੱਲ। ਔਰ ਸੰਸਦ ਦੇ ਵਿੱਚ ਵਿਰੋਧੀ ਧਿਰ, ਕਿਉਂਕਿ ਹਮੇਸ਼ਾ ਇਹ ਮੰਗ ਕਰਦੇ ਰਹੇ ਨੇ, ਜਿਸ ਕਰਕੇ ਪੋਸਟਪੋਨ ਵੀ ਹੁੰਦੀ ਰਹੀ ਹੈ ਸਾਡੀ ਮੌਨਸੂਨ ਸੈਸ਼ਨ। ਸੋ ਕੀ ਹੋਇਆ ਕਿ ਮਣੀਪੁਰ ਦੇ ਉੱਤੇ ਉਹ ਸਟੇਟਮੈਂਟ ਚਾਹੁੰਦੇ ਨੇ ਬਾਰ-ਬਾਰ ਇਸ ਗੱਲ ਦੇ ਉੱਤੇ ਕਿ ਪ੍ਰਾਈਮ ਮਿਨਿਸਟਰ ਮੋਦੀ ਚਰਚਾ ਕਰਨ, ਸਹੀ ਗੱਲ, ਮਣੀਪੁਰ ਦੇ ਉੱਤੇ, ਔਰ ਨਾਲ ਸਟੇਟਮੈਂਟ ਦੇਣ। ਪਰ ਇਹ ਸਭ ਨਹੀਂ ਹੋਇਆ, ਇਸ ਕਰਕੇ ਕਾਲੇ ਕੱਪੜੇ ਪਾ ਕੇ ਵੀ ਆਏ ਨੇ ਵਿਰੋਧੀ ਧਿਰ ਦੇ ਸਾਂਸਦ। ਕਾਲੇ ਕੱਪੜੇ ਪਾ ਕੇ ਉਹਨਾਂ ਨੇ ਸਦਨ ਵਿੱਚ ਆ ਕੇ ਆਪਣੀ ਸਦੱਸਤਾ, ਜਿੱਦਾਂ ਕਹਿੰਦੇ ਨੇ ਕਿ ਹਾਜ਼ਰੀ ਲਗਵਾਉਣਾ, ਔਰ ਗੱਲਬਾਤ ਕੀਤੀ ਹੈ ਉਹਨਾਂ ਨੇ। ਇਹ ਮੌਨਸੂਨ ਸਮਾਗਮ ਸੰਸਦ ਦਾ ਜਿਹੜਾ ਚੱਲ ਰਿਹਾ, ਉਹਦੇ ਵਿੱਚ ਅਜੇ 5-7 ਦਿਨਾਂ ਦੇ ਵਿੱਚ ਜਿੰਨੀ ਵਾਰੀ ਵੀ ਆਏ ਆ, ਉਹਦੇ ਵਿੱਚ ਨਾਅਰੇਬਾਜ਼ੀ ਹੋਈ, ਔਰ ਪਹਿਲਾ ਇਸ਼ੂ ਮਣੀਪੁਰ ਦਾ ਆਇਆ। ਔਰ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੋਈ ਚੁੱਪ ਗੱਲ ਨਹੀਂ ਕੀਤੀ, ਚੁੱਪ ਨਹੀਂ ਤੋੜੀ। ਔਰ ਖੜਕੇ ਸਾਹਿਬ ਨੇ ਕਿਹਾ ਇਹ ਲੋਕਤੰਤਰ ਹੈ, ਇਹ ਯਾਰ ਸੰਸਦ ਦਾ ਸੈਸ਼ਨ ਆ, ਜਿੱਥੇ ਸੰਬੋਧਨ ਕਰਨਾ ਪ੍ਰਧਾਨ ਮੰਤਰੀ ਨੇ। ਰਾਸ਼ਟਰਪਤੀ ਸਾਹਿਬ ਤਾਂ ਨਹੀਂ ਆਉਂਦੇ, ਮੈਡਮ, ਤਾਂ ਇਹਨਾਂ ਨੇ ਜਦੋਂ ਆਉਣਾ, ਜਦੋਂ ਇਹ ਸੰਬੋਧਨ ਨਹੀਂ ਕਰਨਗੇ ਤਾਂ ਕੌਣ ਕਰੂਗਾ, ਕਿਹਦੀ ਗੱਲ ਕਰਾਂਗੇ। ਉਹ ਕਹਿੰਦੇ ਮੇਨ ਮੁੱਦਾ ਜਿਹੜਾ ਹੈਗਾ ਮਣੀਪੁਰ ਦਾ ਹੈਗਾ। ਮਣੀਪੁਰ ਦੇ ਵਿੱਚ ਅਜੇ ਵੀ ਚੋਰੀਆਂ, ਡਾਕੇ, ਸਾਰਾ ਕੁਝ ਹੁੰਦਾ। ਜੋ ਉੱਥੇ ਨਮੋਸ਼ੀ ਵਾਲੀ ਗੱਲ ਹੋਈ ਆ, ਜੋ ਉੱਥੇ ਵੱਡਾ ਹਾਦਸਾ ਹੋਇਆ ਔਰਤਾਂ ਦੇ ਨੂੰ ਨੰਗਨ ਕਰਕੇ, ਔਰ ਇਹ ਕਹਿੰਦੇ ਕਿਹੜੇ ਦੇਸ਼ ਦੀ ਗੱਲ ਕਰਦੇ ਜੀ, ਜੰਗਲ ਤੋਂ ਵੀ ਗਰਕਿਆ ਜਿਹੜਾ ਰਾਜ ਹੈਗਾ। ਔਰ ਉਹਨਾਂ ਨੇ ਕਿਹਾ ਕਿ ਜੇ ਮੋਦੀ ਸਾਹਿਬ ਨਹੀਂ ਬੋਲਦੇ, ਚੁੱਪ ਨੂੰ ਨਹੀਂ ਤੋੜਦੇ, ਤੇ ਉੱਥੋਂ ਦੇ ਜਿਹੜੇ ਬਰਨ ਸਿੰਘ ਨੇ ਮੁੱਖ ਮੰਤਰੀ, ਉਹਨਾਂ ਕੋਲ ਅਸਤੀਫਾ ਕਿਉਂ ਨਹੀਂ ਲਿਆ। ਇਸ ਕਰਕੇ ਨਹੀਂ ਲਿਆ, ਕਹਿੰਦੇ ਜਿੱਥੇ ਸਰਕਾਰਾਂ ਇਹਨਾਂ ਦੀਆਂ ਨੇ ਉੱਥੇ ਚੜ੍ਹ ਜਾਂਦੇ ਆ ਕੇ, ਉੱਥੇ ਵੈਪਨ ਲੈ ਕੇ ਵੀ ਆ ਜਾਂਦੇ, ਉੱਥੇ ਡਾਂਗਾਂ ਲੈ ਕੇ ਵੀ ਆ ਜਾਂਦੇ, ਉੱਥੇ ਉਹਨਾਂ ਦੇ ਲੱਕ ਵੀ ਤੋੜਦੇ ਆ, ਪਰ ਇੱਥੇ ਸਰਕਾਰ ਨੂੰ ਕੁਝ ਨਹੀਂ ਕਿਹਾ ਇਹਨਾਂ ਨੇ। ਜਦੋਂ ਕਿ ਜਿਹੜੀਆਂ ਉੱਥੋਂ ਦੀਆਂ ਜਿਹੜੀਆਂ ਪਾਰਟੀਆਂ ਨੇ, ਜਾਂ ਜਿਹੜੇ ਕੁੱਕੀਜ਼ ਜਾਂ ਮਤੋਈ ਨੇ, ਉਹਨਾਂ ਨੇ ਰਲ ਕੇ ਮੰਤਰੀਆਂ ਦੇ ਘਰ ਸਾੜੇ ਆ, ਔਰ ਮੁੱਖ ਮੰਤਰੀ ਦੇ ਘਰ ਨੂੰ ਵੀ ਪਏ ਆ। ਉਹਨਾਂ ਨੇ ਕੀਤਾ, ਪਰ ਸਰਕਾਰ ਵੱਲੋਂ ਕੁਝ ਨਹੀਂ ਹੋਇਆ। ਉਹਨਾਂ ਨੇ ਸੰਸਦ ਦੇ ਵਿੱਚ ਇਸੇ ਕਰਕੇ ਬਲੈਕ ਡੇ ਮਨਾਇਆ, ਔਰ ਕਾਲੇ ਕੱਪੜੇ ਪਾ ਕੇ ਆ ਗਏ ਆ। ਸਾਰੇ ਸੰਸਦਾਂ ਨੇ ਨਾਅਰੇ ਲਾਏ ਇਸੇ 'ਤੇ, ਔਰ ਰੌਲਾ ਰੱਪਾ ਪਿਆ। ਫਿਰ ਉਹਨਾਂ ਨੇ ਜਿਹੜੇ ਓਮ ਬਿਰਲਾ ਜੀ ਨੇ ਸਪੀਕਰ ਨੇ, ਉਹਨਾਂ ਨੇ ਚੁੱਪ ਕਰਾ ਕੇ ਆਪਣੇ ਬਾਉਂਸਰ ਨੇ ਜਿਹੜੇ ਉਹਨਾਂ ਨਾਲ, ਉਹਨਾਂ ਨੂੰ ਬਾਹਰ ਕੱਢਿਆ, ਔਰ ਉਹ ਬਰਖਾਸਤ ਕਰਕੇ ਚਲੇ ਗਏ। ਔਰ ਉਹਨਾਂ ਨੇ ਕੋਈ ਗੱਲ ਅੱਗੇ ਨਹੀਂ ਕੀਤੀ। ਜਿੰਨੀ ਦੇਰ ਤੱਕ
ਮਨੀਪੁਰ ਤੇ ਕੋਈ ਗੱਲ ਨਹੀਂ ਹੋਊਗੀ, ਚਰਚਾ ਨਹੀਂ ਹੋਊਗੀ, ਗੱਲ ਨਹੀਂ ਕੀਤੀ ਜਾ ਸਕਦੀ। ਰਾਹੁਲ ਗਾਂਧੀ ਜੀ ਨਹੀਂ ਬੋਲਣਗੇ, ਖੜਕੇ ਸਾਹਿਬ ਨਹੀਂ ਬੋਲਣਗੇ, ਸੋਨੀਆ ਗਾਂਧੀ ਨਹੀਂ ਬੋਲਣਗੀ, ਜਾਂ ਬਾਕੀ ਨਿਤਿਸ਼ ਕੁਮਾਰ ਜੀ ਔਰ ਲਾਲੂ ਯਾਦਵ ਔਰ ਕਈ ਤਰ੍ਹਾਂ ਦੇ ਲੋਕ ਨੇ ਆਂਦੇ, ਉਹ ਮੁੱਖ ਜਿਹੜੇ ਪ੍ਰਮੁੱਖ ਨੇਤਾ ਨੇ, ਜੇ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਤੇ ਇਹ ਕਾਹਦਾ ਲੋਕਤੰਤਰ, ਇਹ ਕਾਹਦਾ ਸਾਡਾ ਕੌਂਸਟੀਟਿਊਸ਼ਨ ਆ। ਸੰਵਿਧਾਨ ਦੇ ਵਿੱਚ ਅਸੀਂ ਰਹਿ ਕੇ ਗੱਲ ਕਰਾਂਗੇ, ਇਹਦੇ ਵਿੱਚ ਜੋ ਪ੍ਰਚਾਰ ਜਾਂ ਜੋ ਨਾਅਰੇਬਾਜ਼ੀ ਕਰਨੀ ਅਸੀਂ ਲੋਕਾਂ ਲਈ ਕਰਨੀ, ਜਿੱਥੇ ਰਿਪਰੈਜ਼ੈਂਟੇਟਿਵ ਅਸੀਂ ਲੋਕਾਂ ਨੂੰ ਕਰਦੇ ਹਾਂ, ਪ੍ਰਤੀਨਿਧਤਾ ਅਸੀਂ ਹੁਣ ਲੋਕਾਂ ਦੀ ਕਰਦੇ ਹਾਂ। ਔਰ 2 ਕਾਨੂੰਨ ਪਾਸ ਹੋ ਗਏ ਆ ਲੋਕ ਸਭਾ 'ਚ, ਇੱਕ ਜਨ ਵਿਸ਼ਵਾਸ ਦਾ ਕਾਨੂੰਨ ਸੀਗਾ ਉਹਦੇ ਵਿੱਚ, ਔਰ ਰਾਜ ਸਭਾ 'ਚ ਇੱਕ ਹੋਇਆ। ਔਰ ਉਹ ਕਾਨੂੰਨ ਤਾਂ ਜਿਹੜੇ ਆ ਛਿੱਕੇ ਟੰਗੇ ਗਏ। ਉਹਨਾਂ ਨੇ ਕਿਹਾ ਜਨ ਵਿਸ਼ਵਾਸ ਕੀ ਹੈ, ਜਦੋਂ ਜਨ ਵਿਸ਼ਵਾਸ ਨੂੰ ਲਿਆ ਹੀ ਨਹੀਂ ਲੋਕਾਂ ਦੇ ਨਾਲ। ਕਿਸੇ ਪਾਸੇ ਕਹਿੰਦੇ ਆਰਡੀਨੈਂਸ ਜ਼ਰੂਰ ਕਰ ਰਹੇ ਆ, ਕਿਸੇ ਪਾਸੇ ਵੋਟ ਬੈਂਕ ਕਰ ਰਹੇ ਆ, ਕਿਸੇ ਪਾਸੇ ਇਲੈਕਸ਼ਨ ਦਾ ਮੈਨੀਫੈਸਟੋ ਅਨਾਉਂਸ ਕਰ ਰਹੇ ਆ। ਉਹ ਕਹਿੰਦੇ ਜਿਹੜਾ ਕੰਮ ਕਰਨਾ, ਜਿਹੜਾ ਮੂਲ ਮੁੱਦਾ ਹੈਗਾ, ਜਿਹੜੀ ਜੜ ਹੈਗੀ, ਉਹਨੂੰ ਤਾਂ ਪਛਾਣਿਆ ਹੀ ਨਹੀਂ। ਨਾਲੇ ਵਿਰੋਧੀ ਧਿਰ ਬੇਭਰੋਸਗੀ ਮਤਾ ਵੀ ਲੈ ਕੇ ਆਏ ਨੇ। ਹੋ ਗਿਆ, ਉਹ ਵੀ ਕੀਤਾ ਪ੍ਰਧਾਨ ਮੰਤਰੀ ਸਾਹਿਬ ਨੇ ਸਵੀਕਾਰ ਕੀਤਾ ਲਈ, ਹਾਂਜੀ ਇਹ ਵੀ ਲੈ ਕੇ ਆਏ ਨੇ ਉਹ। ਸੋ ਇਹ ਸਭ ਗੱਲਾਂ ਚੱਲਦੀਆਂ ਪਈਆਂ ਨੇ ਜੀ ਜੀ। ਸੋ ਨਾਲ ਇੱਕ ਧਰਨਾ ਹੈ ਜੋ ਸੰਜੇ ਸਿੰਘ ਦੇ ਰਹੇ ਨੇ, ਉਹਦੇ ਵਿੱਚ ਸਾਡੇ ਭਗਵੰਤ ਮਾਨ ਜੀ ਵੀ ਸ਼ਾਮਿਲ ਹੋਏ ਨੇ ਉਸ ਧਰਨੇ ਦੇ ਵਿੱਚ। ਆਪ ਦੇ ਰਾਜ ਸਭਾ ਮੈਂਬਰ ਨੇ ਸੰਜੇ ਸਿੰਘ ਜੀ। ਇਹ ਕੀ ਮਸਲਾ ਹੈ ਬਲਕਾਰ ਜੀ, ਕਿਉਂਕਿ ਸਾਡੇ ਮੁਲਕ ਦੇ ਵਿੱਚ ਇਹ ਮਤਲਬ ਧਰਨੇ, ਹੜਤਾਲਾਂ, ਜਲੂਸ, ਬੈਰੀਕੇਡ ਲੱਗਾ ਹੋਇਆ ਹੈ। ਕੱਲ ਅਕਾਲੀ ਯੂਥ ਅਕਾਲੀ ਦਲ ਉਹਨਾਂ ਵੱਲੋਂ ਸੀਐਮ ਮਾਨ ਦੀ ਕੋਠੀ ਵੱਲ ਵਧਣ ਦੀ ਕੋਸ਼ਿਸ਼ ਕੀਤੀ ਗਈ, ਉੱਥੇ ਬੈਰੀਕੇਡਸ, ਮਤਲਬ ਆਹੀ ਚੀਜ਼ਾਂ ਸਾਡੇ ਮੁਲਕ ਵਿੱਚ ਚੱਲੀ ਜਾਂਦੀਆਂ, ਤਮਾਸ਼ਾ ਬਣਿਆ ਹੋਇਆ। ਤਦੇ ਕਰਕੇ ਅਸੀਂ ਵਿਕਾਸਮਈ ਜਿਹੜੇ ਕਾਰਜ ਨੇ ਉਹਨਾਂ ਤੋਂ ਪਿੱਛੇ ਹਟ ਗਏ, ਦੂਰ ਰਹਿ ਗਏ। ਨੇਤਾ ਸਿਰਫ ਗੁੜਤੀ ਜਾਂ ਕੰਮ ਜਾਂ ਐਲਾਨ ਇਹਦਾ ਹੀ ਕਰਦੇ ਆ, ਇੱਕ ਦੂਜੇ ਦੇ ਨਾਲ ਲੱਗੇ ਹੋਏ ਆ ਕਿ ਜੇ ਧਰਨਾ ਦੇਵਾਂਗੇ ਜਾਂ ਜਿਹਦੇ ਵਿੱਚ ਪ੍ਰਦਰਸ਼ਨੀ ਕਰਾਂਗੇ ਤੇ ਲੋਕ ਪਿੱਛੇ ਲੱਗ ਜਾਣਗੇ। ਅਸੀਂ ਕਹਾਂਗੇ ਅਸੀਂ ਸੱਚੇ ਆ, ਉਹ ਝੂਠੇ ਆ, ਉਹਨਾਂ ਨੇ ਆਹ ਕੰਮ ਕੀਤਾ। ਹੁਣ ਸੰਜੇ ਕੁਮਾਰ ਜਿਹੜੇ ਉੱਥੇ ਨੇ, ਉਹ ਸੰਜੇ ਸਿੰਘ, ਉਹਨਾਂ ਨੇ ਆਪਣਾ ਉੱਥੇ ਧਰਨਾ ਦਿੱਤਾ ਵਾ, ਔਰ ਦਿੱਲੀ ਦੇ ਵਿੱਚ ਉਹਨਾਂ ਨੇ ਆਪ ਵੱਲੋਂ ਨੁਮਾਇੰਦੇ ਆ, ਔਰ ਉਹਦੇ ਵਿੱਚ ਆਰਡੀਨੈਂਸ ਦੇ ਅਗੇਂਸਟ ਆ, ਹੋਰ ਉਹਨਾਂ ਦੇ ਵਿੱਚ ਜਿਹੜਾ ਕੁਛ ਉਹਨਾਂ ਨੇ ਕਰ ਦਿੱਤਾ ਉਹ ਆਪ ਦੇ ਲਈ ਸਮਰੱਥਾ ਦੇ ਤਰੀਕੇ ਨਾਲ ਚੱਲੇ ਆ। ਔਰ ਉਹਦੇ ਵਿੱਚ ਭਗਵੰਤ ਮਾਨ ਜੀ ਉੱਥੇ ਪਹੁੰਚ ਗਿਆ, ਇਹਨਾਂ ਨੇ ਵਿੱਚ ਸ਼ਾਮਲ ਹੋਏ ਔਰ ਧਰਨੇ 'ਚ ਨਾਅਰੇਬਾਜ਼ੀ ਕੀਤੀ, ਆ ਗਏ ਆ। ਉਹਦੇ 'ਚ ਆਪਦੇ ਲੋਕ ਵੀ ਹੈਗੇ ਆ, ਔਰ ਕਾਂਗਰਸ ਨੇ ਵੀ ਸੰਜੇ ਸਿੰਘ ਨੂੰ ਹਮਾਇਤ ਦਿੱਤੀ ਆ। ਉਹਦੇ 'ਚ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਰਾਹੁਲ ਗਾਂਧੀ 'ਤੇ ਦੋਸ਼ੀ ਕਰਾਰ ਲਾ ਕੇ ਜੋ ਉਹਨਾਂ ਨੂੰ ਕੀਤਾ, ਬਰਖਾਸਤ ਕਰ ਦਿੱਤਾ, ਇਹਨਾਂ ਨੂੰ ਸੰਜੇ ਸਿੰਘ ਨੂੰ ਕੱਢ ਦਿੱਤਾ ਸੀ, ਉਹ 'ਚੋਂ ਬਰਖਾਸਤ ਕਰ ਦਿੱਤਾ ਸੀ ਪਾਰਲੀਮੈਂਟ ਦੇ ਸੈਸ਼ਨ 'ਚੋਂ ਫਾਰ ਟਾਈਮ ਬੀਂਗ। ਔਰ ਇਸੇ ਤਰ੍ਹਾਂ ਰਾਹੁਲ ਗਾਂਧੀ ਨੂੰ ਵਿੱਚ ਨਹੀਂ ਵੜ ਦਿੱਤਾ, ਉਹਨੂੰ ਸੰਸਦ ਦੇ ਜਿਹੜਾ ਸੈਸ਼ਨ ਆ ਉਹਦੇ ਵਿੱਚ ਨਹੀਂ ਆਉਣਗੇ। ਮੈਂਬਰਸ਼ਿਪ ਉਹਦੀ ਖੋਲ੍ਹੀ ਗਈ ਆ, ਉਹਦੇ ਵਿੱਚ ਉਹਦਾ ਅਜੇ ਜਿਹੜਾ ਸੁਣਵਾਈ ਹੋਣੀ ਆ ਉਹਦੀ ਜਾਚਕਾ ਦੀ ਸੁਪਰੀਮ ਕੋਰਟ 'ਚ। ਔਰ ਇਹ ਸਾਰੇ ਜਿਹੜਾ ਲੀਡਰ ਬੋਲਦਾ ਉਹਦੇ 'ਤੇ ਕੋਈ ਨਾ ਕੋਈ ਕੇਸ ਸੁੱਟ ਦਿੰਦੇ ਆ, ਔਰ ਉਹ ਮੁੜ ਕੇ ਬੋਲਣ ਜੋਗਾ ਨਹੀਂ ਰਹਿੰਦਾ, ਨਾ ਉੱਥੇ ਜਾਣ ਜੋਗਾ ਰਹਿੰਦਾ। ਹੁਣ ਭਗਵੰਤ ਮਾਨ ਜੀ ਗਏ ਆ, ਔਰ ਭਗਵੰਤ ਮਾਨ ਜੀ ਨੂੰ ਸਤਰਕ ਰਹਿਣਾ ਚਾਹੀਦਾ ਕਿ ਇਹਦੇ ਵਿੱਚ ਜੋ ਵੀ ਹੈਗਾ ਗਵਰਨਰ ਸਾਹਿਬ ਨਾਲ ਤੇ ਇਹਨਾਂ ਦਾ ਅੱਗੇ ਇੱਟ ਫੜਿੱਕਾ ਚੱਲਦਾ, ਔਰ ਇਹਨਾਂ ਦਾ ਆਪਸੀ ਜਿਹੜਾ ਜਦੋਂ ਫਾਈਲ ਵਰਕ ਚੱਲਦਾ ਉਹਦੇ ਵਿੱਚ ਉਹ ਪਛਾਣ ਨੂੰ ਧੱਕ ਦਿੰਦਾ, ਫਾਈਲ ਇਹ ਅੱਗੇ ਨੂੰ ਕਰ ਦਿੰਦੇ ਆ। ਉਹ ਕੋਈ ਫਾਈਲ ਅਜੇ ਤੱਕ ਉੱਥੇ ਤੱਕ ਨਹੀਂ ਪਹੁੰਚੀ। ਜਿਹੜਾ ਗੁਰਦੁਆਰਾ ਐਕਟ ਸੀ ਉਹ ਇਹਨਾਂ ਨੇ ਨਾਮਨਜ਼ੂਰ ਕਰ ਦਿੱਤਾ, ਔਰ ਉਹਦੇ 'ਤੇ ਪੈਨਸ਼ਨਾਂ ਦੀਆਂ ਜਿਹੜੀ ਪੈਨਸ਼ਨਾਂ ਸੀਗੀਆਂ ਵਿਧਾਇਕਾਂ ਦੀਆਂ ਉਹ ਉਹਨਾਂ ਨੇ ਉਦੋਂ ਨਹੀਂ ਮੰਨਿਆ, ਪਰ ਬਾਅਦ 'ਚ ਮੰਨਿਆ। ਉਹਦੇ ਬਾਅਦ ਵਾਈਸ ਚਾਂਸਲਰ ਜਿਹੜੇ ਸੀਗੇ PAU ਦਾ ਸੀਗਾ, ਇੱਕ ਫਰੀਦ ਯੂਨੀਵਰਸਿਟੀ ਦਾ ਸੀ, ਬਾਬਾ ਫਰੀਦ ਯੂਨੀਵਰਸਿਟੀ ਉਹਦਾ, ਔਰ ਚਾਂਸਲਰ ਆਪ ਬਣ ਕੇ ਬਹਿ ਗਏ ਆ ਭਗਵੰਤ ਮਾਨ ਜੀ। ਹੁਣ ਇਹ ਗਵਰਨਰ ਨੂੰ ਬਣਨਾ ਹੁੰਦਾ, ਪਰ ਇਹ ਆਪ ਬਣੇ ਆ। ਔਰ ਇਹਦੇ ਵਿੱਚ ਇੱਟ ਫੜਿੱਕਾ ਇੰਨਾ ਜ਼ਬਰਦਸਤ ਚੱਲ ਰਿਹਾ, ਇਹ ਪੰਜਾਬ ਨੂੰ ਸੰਭਾਲਣ ਦੀ ਬਜਾਏ ਹੁਣ ਦਿੱਲੀ 'ਚ ਜਾ ਪਏ ਆ। ਪਹਿਲਾਂ ਪੰਜਾਬ ਵਿੱਚ ਸ਼ਾਂਤੀ ਬਹਾਲ ਕਰਨ, ਉਹ 'ਚ ਐਡਮਿਨਿਸਟ੍ਰੇਸ਼ਨ ਨੂੰ ਆਪਣੇ ਤਰੀਕੇ ਨਾਲ ਨਜਿੱਠਣ, ਔਰ ਗਵਰਨਰ ਸਾਹਿਬ ਨਾਲ ਆਪਣਾ ਦਸਤ ਪੰਜਾ ਲੈਣ, ਪਿਆਰ ਕਰਨ, ਔਰ ਉਹਨਾਂ ਦੇ ਜਿਹੜੇ ਫਾਈਲਾਂ ਨੂੰ ਨਾ ਰੋਕਣ। ਔਰ ਇਹਨਾਂ ਨੇ ਕਹਿਤਾ ਕਿ ਜਿਹੜਾ ਅਸੀਂ ਸੈਸ਼ਨ ਲਿਆ ਸੀ 2 ਮਹੀਨੇ ਦਾ, 2 ਦਿਨ ਦਾ, ਉਹ ਸੰਵਿਧਾਨਕ ਤੌਰ 'ਤੇ ਆ, ਗੈਰ ਸੰਵਿਧਾਨਕ ਨਹੀਂ। ਔਰ ਅਸੀਂ ਉਹਦੇ ਵਿੱਚ ਜੋ ਕੰਮ ਕੀਤੇ ਆ ਉਹਦੇ ਵਿੱਚ ਅਸੀਂ ਪੰਜਾਬ ਦੇ ਵਿਕਾਸ ਲਈ ਕਾਰਜ ਕੀਤੇ ਆ। ਔਰ ਉਹਨਾਂ ਨੇ ਕਹਿਤਾ ਕਿ ਤੁਸੀਂ ਇਹ ਪੁੱਛਿਆ ਕਿ ਇਹਨੂੰ ਮੇਰੇ ਕੋਲ ਅਪਰੂਵਲ ਕਦੋਂ ਲਈ ਸੀ, ਇਹ ਨਹੀਂ ਹੋ ਸਕਦਾ, ਗੈਰ ਸੰਵਿਧਾਨਕ ਹੈਗਾ। ਇਹੀ ਇੱਟ ਫੜਿੱਕੇ ਨੇ ਪੰਜਾਬ ਦੀ ਗਰੋਥ ਨੂੰ, ਪੰਜਾਬ ਦੇ ਵਿਕਾਸ ਨੂੰ, ਪੰਜਾਬ ਦੇ ਅੱਗੇ ਵਧਣ ਦੇ ਪੈਂਥੜੇ ਨੂੰ ਨਹੀਂ ਵਧਣ ਦੇਣਾ। ਇਹ ਦੋਨਾਂ ਦੇ ਦੋ ਧਿਰਾਂ ਦਾ ਆਪਸ ਵਿੱਚ ਗਵਰਨਰ ਅਤੇ ਮੁੱਖ ਮੰਤਰੀ ਦੀ ਨਹੀਂ ਬਣਦੀ, ਫਿਰ ਅਸੀਂ ਪਿਛਲੀਆਂ ਸੱਥਾਂ ਵਿੱਚ ਜਾ ਬੈਠਦੇ ਹਾਂ, ਵਿਕਾਸ ਤੋਂ ਊਣੇ ਹੋ ਜਾਂਦੇ। ਦੇਖੋ ਬਲਕਾਰ ਜੀ, ਸਭ ਨੂੰ ਵਿਖਾਈ ਦੇ ਰਿਹਾ ਕਿ ਕੀ ਹੋ ਰਿਹਾ। ਸਹੀ ਗੱਲ, ਸਭ ਨੂੰ ਵਿਖਾਈ ਦੇ ਰਿਹਾ ਕੀ ਚੱਲ ਰਿਹਾ, ਇਹ ਕੀ ਤਮਾਸ਼ਾ ਹੈ, ਸਭ ਨੂੰ ਵਿਖਾਈ ਦੇ ਰਿਹਾ। ਬਾਕੀ ਗੱਲ ਉਹ ਹੈ ਕਿ ਅਸੀਂ ਆਫੀਸ਼ੀਅਲ ਤੌਰ ਤੇ ਰੂਲਸ ਦੇ ਮੁਤਾਬਿਕ ਉਹ ਕੰਮ ਕਰ ਰਹੇ ਹਾਂ ਜੋ ਸਾਡੀ ਆਪਣੇ ਮਨ ਦੀ ਮਰਜ਼ੀ ਹੈ। ਅਸੀਂ ਇਹ ਨਹੀਂ ਦੇਖ ਰਹੇ ਕਿ ਸੂਬੇ ਦਾ ਕੀ ਬਣੂ, ਸੂਬੇ ਦੇ ਲੋਕਾਂ ਦਾ ਕੀ ਬਣੂ, ਇਹ ਨਹੀਂ ਦੇਖਦੇ। ਅਸੀਂ ਆਪਣੀ ਰਾਜਨੀਤੀ ਦੇਖਦੇ ਹਾਂ, ਅਸੀਂ ਆਪਣੇ ਮਨ ਦੀ ਮਰਜ਼ੀ ਕਰਦੇ ਹਾਂ। ਹਾਂ, ਉੱਤੋਂ ਜ਼ਰੂਰ ਅਸੀਂ ਕਹਿੰਦੇ ਹਾਂ ਕਿ ਇਹ ਅਸੀਂ ਕਾਨੂੰਨ ਦੇ ਮੁਤਾਬਿਕ ਤੁਰਦੇ ਪਏ ਹਾਂ, ਪਾਲਿਸੀ ਦੇ ਮੁਤਾਬਿਕ ਤੁਰਦੇ ਪਏ ਹਾਂ। ਅਸਲ ਵਿੱਚ ਸਭ ਨੂੰ ਪਤਾ ਹੈ ਆਪਣੇ ਮਨ ਦੀ ਮਰਜ਼ੀ ਹੋ ਰਹੀ ਹੈ,
ਆਪਣੀ ਰਾਜਨੀਤੀ ਹੋ ਰਹੀ ਹੈ, ਸਭ ਨੂੰ ਵਿਖਾਈ ਦੇ ਰਿਹਾ ਕੀ ਹੋ ਰਿਹਾ। ਪਬਲਿਕ ਕੋਈ ਬੁੱਧੂ ਤਾਂ ਹੈ ਨਹੀਂ, ਪਬਲਿਕ ਸਿਆਣੀ ਹੈ, ਸਭ ਕੁਝ ਦੇਖਦੀ ਹੈ। ਸੋ ਇਹ ਗੱਲਾਂ ਜਿਹੜੀਆਂ ਨੇ ਨਾ, ਇਹ ਸੂਬੇ ਦੇ ਹੱਕ ਵਿੱਚ ਜਾਂ ਸੂਬੇ ਦੇ ਲੋਕਾਂ ਦੇ ਹੱਕ ਵਿੱਚ ਨਹੀਂ ਹੈਗੀਆਂ, ਕਿਉਂਕਿ ਭਾਰਤ ਦਾ ਹਰ ਹਿੱਸਾ, ਹਰ ਸੂਬਾ, ਹਰ ਪ੍ਰਾਂਤ ਓਨਾ ਹੀ ਜ਼ਰੂਰੀ ਹੈ ਜਿੰਨਾ ਇਹ ਡਬਲ ਇੰਜਨ ਸਰਕਾਰ ਵਾਲੀ ਜਿਹੜੀ ਗੱਲ ਹੁੰਦੀ ਹੈ, ਜਿੰਨੇ ਉਹ ਜ਼ਰੂਰੀ ਨੇ, ਜਿੱਥੇ ਡਬਲ ਇੰਜਨ ਨਹੀਂ ਵੀ ਹੈਗਾ ਉਹ ਵੀ ਉਨੇ ਜ਼ਰੂਰੀ ਨੇ, ਕਿਉਂਕਿ ਭਾਰਤ ਇੱਕ ਸਰੀਰ ਹੈ ਤੇ ਸਰੀਰ ਦਾ ਹਰ ਪਾਰਟ, ਹਰ ਅੰਗ ਓਨਾ ਹੀ ਇੰਪੋਰਟੈਂਟ ਹੈ। ਸੋ ਇਸ ਗੱਲਾਂ ਨੂੰ ਦੇਖਣਾ ਚਾਹੀਦਾ ਔਰ ਤਾਂ ਹੀ ਭਾਰਤ ਵਿਕਾਸ ਕਰ ਸਕਦਾ ਹੈ। ਜਿੱਥੇ ਅਸੀਂ ਕਹਿੰਦੇ ਹਾਂ ਸਬਕਾ ਸਾਥ, ਸਬਕਾ ਵਿਕਾਸ, ਸਾਥ ਤਾਂ ਅਸੀਂ ਲੈਂਦੇ ਹੀ ਨਹੀਂ ਪਏ ਤੇ ਵਿਕਾਸ ਕਿੱਥੋਂ ਕਰਾਂਗੇ ਅਸੀਂ? ਤਾਂ ਪੂਰੀ ਦੁਨੀਆ ਦੇ ਵਿੱਚ ਤਮਾਸ਼ਾ ਬਣ ਜਾਂਦਾ ਹੈ ਭਾਰਤ ਦੀ ਇਮੇਜ ਦੇ ਉੱਤੇ ਕਿ ਇਹ ਕੀ ਹੁੰਦਾ ਪਿਆ ਦੁਨੀਆ ਦੇ ਸਭ ਦੇ ਵੱਡੇ ਲੋਕਤੰਤਰ ਦੇ ਵਿੱਚ। ਇਹ ਵੈਸੇ ਬੜੀ ਅਜੀਬ ਜੀ ਗੱਲ ਦਿਖਾਈ ਦਿੰਦੀ ਹੈ ਸਾਨੂੰ। ਵੈਸੇ ਜਦੋਂ ਪਬਲਿਕ ਜਵਾਬ ਦਿੰਦੀ ਹੈ ਨਾ, ਸਾਇਲੈਂਟਲੀ, ਚੁੱਪ ਚਪੀਤੇ, ਜਦੋਂ ਲੋਕਤੰਤਰ ਵਿੱਚ ਨੇਤਾ ਨੂੰ ਉਹਦਾ ਵੀ ਜਿਹੜਾ ਹੈਗਾ, ਤੁਸੀਂ ਉਹ ਗੱਲ ਨੂੰ ਉਹਦਾ ਕੋਈ ਤੁਸੀਂ ਸੋਚ ਨਹੀਂ ਸਕਦੇ ਕਿ ਕੀ ਕਰ ਦਿੰਦੇ ਆ। ਉਹ ਇਸੋਂ ਤੱਕ ਹੁੰਦਾ ਕਿ ਹੁਣ ਇਲੈਕਸ਼ਨ ਆ ਰਹੀ ਹੈ, ਲੋਕ ਚੁੱਪ ਨੇ, ਲੋਕ ਸਿਆਣੇ ਆ, ਸੂਝਵਾਨ ਆ। ਜਦੋਂ ਇਲੈਕਸ਼ਨ ਆਉਂਦੀ ਆ, ਉਹ ਫਿਰ ਇਹਨਾਂ ਜਿਹੜੇ ਬਹੁਤੇ ਬੋਲਣ ਵਾਲੇ ਲੀਡਰ ਨੇ ਮੂੰਹ ਮੂੰਹ ਸੁੱਟ ਦਿੰਦੇ ਲੋਕ ਇਕੱਠੇ ਹੋ ਕੇ। ਔਰ ਇਸੇ ਤਰ੍ਹਾਂ ਬਾਹਰਲੇ ਦੇਸ਼ਾਂ 'ਚ ਵੀ ਹੁੰਦਾ, ਕਿਸੇ ਦੇਸ਼ ਦੀ ਗੱਲ ਕਰ ਲਓ, ਜਦੋਂ ਇਲੈਕਸ਼ਨ ਆਉਂਦੀ ਆ, ਪਬਲਿਕ ਦੇ ਹੱਥ ਵਿੱਚ ਪਾਵਰ ਆ, ਸ਼ਕਤੀ ਉਹਨਾਂ ਦੇ ਹੱਥ ਵਿੱਚ ਆ। ਜੇ ਯੂਨਾਈਟ ਹੋ ਜਾਣ, ਜੇ ਸੋਚ ਨੂੰ ਅੱਗੇ ਲੈ ਜਾਣ, ਸਾਰਾ ਕੁਝ ਲੈ ਜਾਂਦੇ ਆ। ਅਤੇ ਉਹ ਸੋਚ ਜਿਹੜੀ ਹੈਗੀ ਉਹ ਇੱਥੋਂ ਤੱਕ ਪਹੁੰਚਾ ਦਿੰਦੀ ਹੈ ਕਿ ਸਾਰੇ ਜਿਹੜੇ ਲੀਡਰ ਨੇ ਜੋ ਕੁਝ ਕਹਿੰਦੇ ਨੇ, ਜੋ ਨੀਤੀਆਂ ਬਣਾਉਂਦੇ ਨੇ, ਨੀਤੀ ਘਾੜੇ ਨੇ, ਉਹਨਾਂ ਨੂੰ ਪਤਾ ਹੈ ਫੇਕ ਹੈ, ਜਾਲੀ ਹੈ, ਸਾਰਾ ਕੁਝ ਸੱਚ ਤੋਂ ਨਹੀਂ ਹੈ, ਸੱਚ ਤੋਂ ਉੱਪਰ ਕੁਝ ਨਹੀਂ ਹੁੰਦਾ। ਅਤੇ ਉਹੀ ਆਂਦਾ ਵੀ ਜੇ ਅਸੀਂ ਉਹਨਾਂ ਦੇ ਲਈ ਮੋੜਵਾਂ ਜਵਾਬ ਨਹੀਂ ਦੇਵਾਂਗੇ ਤਾਂ ਫਿਰ ਉਹ ਨਿਰਕੁੰਸ਼ ਬਣ ਜਾਣਗੇ, ਡਿਕਟੇਟਰ ਬਣ ਜਾਣਗੇ। ਉਹ ਡਿਕਟੇਟਰਸ਼ਿਪ ਜਿੱਦਾਂ ਤੁਸੀਂ ਗੱਲ ਕੀਤੀ ਹੈ, ਇਹ ਨਿਰਕੁੰਸ਼ਤਾ ਉਹਨਾਂ ਦੇ ਅੰਦਰ ਹੁੰਦੀ ਆ ਔਰ ਬਾਹਰੋਂ ਕੁਝ ਤੇ ਅੰਦਰੋਂ ਕੁਝ ਹੁੰਦਾ। ਬਿਲਕੁਲ ਬਿਲਕੁਲ, ਇਹ ਗੱਲਾਂ ਨਾ ਸਹੀ ਨਹੀਂ ਹੈਗੀਆਂ, ਸਹੀ ਗੱਲ, ਕਿਉਂਕਿ ਫਿਰ ਤੁਸੀਂ ਆਪਣੀ ਗੱਲ ਨੂੰ ਜਸਟੀਫਾਈ ਕਰਨ ਵਾਸਤੇ ਤਰਕ ਦੇਣੇ ਸ਼ੁਰੂ ਕਰ ਦਿੰਦੇ ਹੋ, ਸਾਹਮਣੇ ਵਾਲਾ ਵੀ ਆਪਣੀ ਗੱਲ ਨੂੰ ਜਸਟੀਫਾਈ ਕਰਨ ਵਾਸਤੇ ਤਰਕ ਦੇਣਾ ਸ਼ੁਰੂ ਕਰ ਦਿੰਦਾ ਹੈ। ਉਹ ਤਰਕਾਂ ਦੇ ਵਿੱਚ ਹੀ ਫਿਰ ਮੇਣੋ ਮੇਣੀ ਹੋਣਾ ਸ਼ੁਰੂ ਹੋ ਜਾਂਦੇ ਹੋ ਔਰ ਪਬਲਿਕ ਦੇਖਦੀ ਰਹਿੰਦੀ ਹੈ ਕਿ ਸਾਡੇ ਬਾਰੇ ਕਦੋਂ ਸੋਚੋਗੇ, ਸਾਡੇ ਲਈ ਕੰਮ ਕਦੋਂ ਕਰੋਗੇ ਕਿ ਆਪਸ ਵਿੱਚ ਕੁਸ਼ਤੀ ਕਰਦੇ ਜਾਓਗੇ। ਬਿਲਕੁਲ। ਸੋ ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ। ਹੁਣ ਅੱਗੇ ਪੰਜਾਬ ਸਰਕਾਰ ਕੀ ਕਹਿੰਦੀ ਹੈ ਕਿ ਜ਼ਮੀਨ ਤਾਂ ਬਿਹਾਰ ਦੇ ਵਿੱਚ, ਨੌਕਰੀ ਪੰਜਾਬ ਦੇ ਵਿੱਚ। ਇਹ ਜਿਹੜਾ ਰੇਲਵੇ ਨੌਕਰੀ ਘੁਟਾਲਾ ਹੈ ਉਹਦੇ ਬਾਰੇ ਗੱਲਬਾਤ ਹੋ ਰਹੀ ਹੈ। ਸੋ ਪੰਜਾਬ ਦੇ ਲੋਕਾਂ ਦੀਆਂ ਨੌਕਰੀਆਂ ਪੰਜਾਬ ਦੇ ਲੋਕ ਨਹੀਂ ਲੈ ਰਹੇ, ਬਾਹਰ ਦੇ ਲੋਕ ਲੈ ਰਹੇ ਨੇ। ਇਹ तमाम ਗੱਲਾਂ ਹੋ ਰਹੀਆਂ ਨੇ ਔਰ ਕੁਝ ਇੱਕ ਅਸੀਂ ਜਦੋਂ ਜਿਹੜੇ ਮਾਹਿਰ ਨੇ ਉਹ ਗੱਲਾਂ ਕਰਦੇ ਨੇ ਕਿ ਪੰਜਾਬ ਸਰਕਾਰ ਦੇ ਵਿੱਚ ਵੀ ਜਿਹੜੀਆਂ ਨੌਕਰੀਆਂ ਪੰਜਾਬੀਆਂ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਸੀ, ਉੱਥੇ ਵੀ ਕਈ ਅਹੁਦਿਆਂ 'ਤੇ ਬਾਹਰ ਦੇ ਬੰਦੇ ਲਿਆ ਕੇ ਜੋ ਗੈਰ ਪੰਜਾਬੀ ਨੇ ਉਹ ਬਿਠਾ ਦਿੱਤੇ ਗਏ ਨੇ। ਪਹਿਲਾਂ ਤਾਂ ਮੈਨੂੰ ਇਹ ਲੱਗਾ ਭੁਲੇਖਾ, ਮੈਂ ਕਿਹਾ ਇਹ ਕਿਸਾਨਾਂ ਲਈ ਹੈਗੇ ਕਿ ਕਿਸਾਨ ਸਾਡੇ ਤਾਂ ਬਾਹਰਲੇ ਸੂਬਿਆਂ 'ਚ ਜਾ ਕੇ ਜ਼ਮੀਨ ਵਾਹੁੰਦੇ ਹੀ ਆ। ਤਾਂ ਮੈਂ ਕਿਹਾ ਤੁਸੀਂ ਕਿਹਾ ਕਿ ਜ਼ਮੀਨ ਜਿਹੜੀ ਹੈਗੀ ਆ ਪੰਜਾਬ ਦੀ, ਬਿਹਾਰ ਦੀ ਆ ਔਰ ਨੌਕਰੀ ਜਿਹੜੀ ਪੰਜਾਬ 'ਚ ਲਈ ਆ ਉਹ ਅਸਲ 'ਚ ਰੇਲਵੇ ਘੁਟਾਲਾ ਹੈ। ਰੇਲਵੇ ਸੈਂਟਰ ਗੌਰਮੈਂਟ ਦਾ ਮਹਿਕਮਾ ਹੈਗਾ ਔਰ ਜਦੋਂ ਲਾਲੂ ਯਾਦਵ ਜੀ 2004 ਦੇ 5 ਦੇ ਵਿੱਚ ਇਹ ਸੀਗੇ ਰੇਲਵੇ ਮੰਤਰੀ ਔਰ ਇਹਦੇ ਵਿੱਚ ਇਹਨਾਂ ਨੇ ਇੱਕ ਇਹਨਾਂ ਦੇ ਨਾਂ 'ਤੇ ਦੋਸ਼ ਮੜਿਆ ਗਿਆ ਵਾ ਜੁਡੀਸ਼ਰੀ ਵੱਲੋਂ ਕਿ ਇਹਨਾਂ ਨੇ ਜਦੋਂ ਨੌਕਰੀਆਂ ਦਿੱਤੀਆਂ ਉਹਨਾਂ ਦੇ ਇਵਜ਼ ਦੇ ਵਿੱਚ ਉਹਨਾਂ ਦੇ ਬਰਾਬਰਤਾ ਵਿੱਚ ਲੈਣ ਦੇਣ ਜਿਹੜਾ ਗਿਵ ਐਂਡ ਟੇਕ ਕੀਤਾ, ਜ਼ਮੀਨ ਦਾ ਅਤੇ ਨੌਕਰੀ ਲਓ। ਉਹ ਜ਼ਮੀਨ ਦੇ ਜਿਹੜੇ ਉੱਥੇ ਟੁਕੜੇ ਨੇ ਜਾਂ ਜਿਹੜੇ ਜ਼ਮੀਨ ਜਿਹੜੀ ਉਹਨਾਂ ਦੀ ਉੱਥੇ ਲਈ ਆ ਉਹ ਦੇ ਕੇ ਉਹਨਾਂ ਨੇ ਇੱਕ ਮਿਆਦ ਰੱਖੀ ਹੋਊਗੀ ਕਿ ਦਿੱਲੀ ਆਓ ਅਤੇ ਗੱਲ ਕਰੋ ਸਾਡੇ ਨਾਲ ਜਾਂ ਪਟਨਾ ਆ ਕੇ ਗੱਲ ਕਰੋ। ਔਰ ਉਹਦੇ ਵਿੱਚ ਉਹਨਾਂ ਨੇ ਲੋਕਾਂ ਨੇ ਕਿਹਾ ਮੈਨੂੰ ਨੌਕਰੀ ਚਾਹੀਦੀ ਤਾਂ ਦੇ ਦਿਓ 10 ਕਿੱਲੇ, 10 ਏਕੜ, 15 ਏਕੜ ਉਹ ਜ਼ਮੀਨ ਦੇ ਕੇ ਉਹਨਾਂ ਨੇ ਰੇਲਵੇ ਦੀ ਨੌਕਰੀ ਲਈ ਹੈ। ਫਿਰ ਰੇਲਵੇ ਦੇ ਵਿੱਚ ਵੀ ਘਪਲੇ ਕੀਤੇ ਆ ਔਰ ਉਹ ਹੁਣ ਇੱਕ ਜ਼ੋਨ ਆਪਣੇ ਪੰਜਾਬ ਵਿੱਚ ਜਿਹੜਾ ਫਿਰੋਜ਼ਪੁਰ ਜ਼ੋਨ ਹੈਗਾ, ਲੁਧਿਆਣਾ ਔਰ ਜਲੰਧਰ, ਇਹਨਾਂ ਦੇ ਵਿੱਚ ਉਹ ਵੱਡੀਆਂ ਵੱਡੀਆਂ ਪੋਸਟਾਂ 'ਤੇ ਤਾਇਨਾਤ ਨੇ। ਔਰ ਉਹਨਾਂ ਦੇ ਜਦੋਂ ਪੋਣ ਛਾਣ ਹੋਈ ਆ, ਕਾਗਜ਼ਾਤ ਵੇਖੇ ਆ, ਉਹ ਕੁਝ ਤਾਂ ਫੇਕ ਨਿਕਲੇ ਆ, ਕੁਝ ਉਹ ਮੈਰਿਟ 'ਚ ਆਉਂਦੇ ਹੀ ਨਹੀਂ ਗਏ। ਔਰ ਉਹਨਾਂ ਦੀ ਜਦੋਂ ਚੋਣ ਹੋਈ ਕਿਸ ਪ੍ਰਕਿਰਿਆ ਦੇ ਵਿੱਚ ਸਿਲੈਕਸ਼ਨ ਬੋਰਡ ਵੀ ਫੜਿਆ ਜਾਊਗਾ ਔਰ ਉਹਦੇ ਵਿੱਚ ਕਈ ਲੋਕ ਗ੍ਰਿਫਤਾਰ ਹੋਣਗੇ ਜੇ ਤਰੀਕੇ ਨਾਲ ਗੱਲ ਚੱਲੀ। ਇਹ ਤੋਂ ਪਹਿਲਾਂ ਲਾਲੂ ਯਾਦਵ ਜੀ 'ਤੇ ਚਾਰਾ ਘੁਟਾਲਾ ਚੱਲਿਆ ਸੀਗਾ। ਚਾਰਾ ਘੁਟਾਲਾ ਜਿਹੜਾ ਸੀ ਪਸ਼ੂਆਂ ਨੂੰ ਪੱਠੇ ਪਾਉਣ ਦਾ ਜਿਹੜਾ ਹੈਗਾ ਚਾਰਾ, ਉਹਦੇ 'ਤੇ ਵੀ ਇਹਨਾਂ ਨੇ ਘੁਟਾਲਾ ਕੀਤਾ ਸੀ। ਉਹਦੇ ਵਿੱਚ ਅੰਦਰ ਰਹੇ ਆ ਔਰ ਉਹਦੇ ਵਿੱਚ ਜਿਹੜੇ ਇੰਪਲਾਈ ਸੀ ਜਿਨ੍ਹਾਂ ਨੇ ਕੀਤਾ ਸੀ, ਜਿੱਦਾਂ ਮੈਂ ਇੰਪਲਾਈ ਦੀ ਗੱਲ ਕੀਤੀ, ਸਿਲੈਕਸ਼ਨ ਬੋਰਡ, ਉਹ ਜਿਹੜੇ ਜਿਨ੍ਹਾਂ ਨੇ ਉਹਨਾਂ ਵਿੱਚ ਉਹਨੂੰ ਪ੍ਰਪੋਜ਼ਲ ਨੂੰ ਪਾਸ ਕੀਤਾ ਸੀਗਾ ਉਹ ਵੀ ਫੜੇ ਗਏ ਮੁੜ ਕੇ ਬਾਅਦ 'ਚ ਔਰ ਉਹ ਸਸਪੈਂਡ ਫਿਰ ਟਰਮੀਨੇਟ ਹੋਏ ਆ। ਇੰਪਲਾਈ ਮਾਰਿਆ ਜਾਂਦਾ ਕਿਉਂਕਿ ਗਲਤ ਕੰਮ ਕਰਦਾ। ਨੇਤਾ ਜਿਹੜਾ ਉਹ ਥੋੜ੍ਹੀ ਜਿਹੀ ਬਹੁਤ ਜੇਲ੍ਹ ਹੁੰਦੀ ਹੈ, ਮੁੜ ਕੇ ਬਾਹਰ ਆ ਜਾਂਦਾ। ਲਾਲੂ ਯਾਦਵ ਜੀ ਤੇ ਬਹੁਤ ਉਹਨਾਂ ਦੇ ਬੇਟੇ ਤੇ ਉਹਨਾਂ ਦੇ ਬੜੇ ਹੋਏ ਆ। ਰਾਬੜੀ ਜੀ ਉਦੋਂ
ਮੁੱਖ ਮੰਤਰੀ ਸੀਗੇ ਔਰ ਇਹ ਰੇਲਵੇ ਮੰਤਰੀ ਸੀਗੇ। ਔਰ ਉਦੋਂ ਬਾਅਦ ਕਮ ਸੋ ਕਮ ਕਈ ਵਾਰ ਆਪਾਂ ਦੇਖਿਆ ਜਿਹੜਾ ਵੀ ਸੈਂਟਰ ਗੌਰਮੈਂਟ ਉਹਦੇ ਵਿੱਚ 13 ਜਿਹੜੇ ਮੰਤਰੀ ਆ ਉਹ ਬਿਹਾਰ ਦੇ ਹੁੰਦੇ ਆ, ਬਾਕੀ ਰਹਿ ਗਏ ਯੂਪੀ ਦੇ, ਉਹਨਾਂ ਦੇ ਹੁੰਦੇ ਆ। ਪੰਜਾਬ 'ਚੋਂ ਇੱਕ ਅੱਧਾ ਹੀ ਹੁੰਦਾ ਸੈਂਟਰ ਦਾ, ਔਰ ਉਹਦੇ ਵਿੱਚ ਕੁਛ ਨਹੀਂ ਹੁੰਦਾ। ਬਾਦਲ ਸਰਕਾਰ ਜਾਂ ਬਾਦਲ ਵੇਲੇ ਬਾਦਲ ਸਾਹਿਬ ਐਗਰੀਕਲਚਰ ਮਿਨਿਸਟਰ ਰਹੇ, ਬਰਨਾਲਾ ਸਾਹਿਬ ਵੀ ਰਹੇ ਆ, ਔਰ ਕੁਛ ਇਸ ਤਰ੍ਹਾਂ ਦੇ ਇੱਕ ਦਾ ਮੰਤਰੀ ਰਿਹਾ, ਪਰ ਉਹ ਜ਼ਿਆਦਾ ਰਹੇ। ਐਕਚੁਅਲੀ ਉਹ ਬੋਲਦੇ ਬਹੁਤ ਅੱਛਾ, ਔਰ ਉੱਥੇ ਵੋਟ ਬੈਂਕ ਬਹੁਤ ਵੱਡਾ ਬਿਹਾਰ 'ਚ ਵੀ ਆ, ਯੂਪੀ 'ਚ ਵੀ ਹੈਗਾ। ਸਾਡੇ ਕੋਲ ਕੀ ਹੈਗੀਆਂ 13 ਸੀਟਾਂ ਹੈਗੀਆਂ, 13 ਸੀਟਾਂ ਦੇ ਵਿੱਚੋਂ ਅਸੀਂ ਕਿੰਨੀ ਕੁ ਮੈਜੋਰਟੀ ਬਣਾ ਕੇ ਲੈ ਜਾਵਾਂਗੇ। ਫਿਰ ਕਿੰਨੀ ਕੁ ਉੱਥੇ ਵੀ ਸਾਡੇ ਵੱਖਰੇ ਵੱਖਰੇ ਜਿਹੜੇ ਸਾਂਸਦ ਜਾਂਦੇ ਆ, ਇੱਕ ਪਾਰਟੀ ਦੇ ਮੈਜੋਰਟੀ 'ਚ ਨਹੀਂ ਜਾਂਦੇ, ਉਹ ਇੱਕ ਪਾਰਟੀ ਉੱਥੇ ਚੱਲ ਜਾਂਦੀ ਹੈ। ਫਿਰ ਉੱਥੇ ਜਦੋਂ ਮੰਤਰੀ ਮੰਡਲ ਬਣਦਾ, ਮੰਤਰੀ ਮੰਡਲ ਦੇ ਵਿੱਚ ਉਹਨਾਂ ਨੂੰ ਮਹਿਕਮੇ ਦੇਣੇ ਪੈਂਦੇ ਆ, ਪੋਰਟਫੋਲੀਓ ਦੇਣਾ ਪੈਂਦਾ। ਅਸੀਂ ਪੰਜਾਬ ਉੱਦਾਂ ਰਹਿ ਜਾਂਦਾ। ਇਸੇ ਕਰਕੇ ਘੁਟਾਲੇ ਹੋ ਰਹੇ ਆ। ਜਿਵੇਂ ਹੁਣ ਘੁਟਾਲੇ ਦੀ ਗੱਲ ਕੀਤੀ ਹੈ ਤੁਸੀਂ, ਰੇਲਵੇ ਦੀ, ਹੁਣ ਇਹਦੀ ਪੋਣ ਛਾਣ ਹੋ ਰਹੀ ਆ। ਇਹਦੇ ਵਿੱਚ ਵੇਖਿਆ ਜਾਊ ਕਿ ਕਿੰਨੀ ਜ਼ਮੀਨ ਵੰਡੀ, ਕਿੰਨੀ ਲਈ ਇਹਨਾਂ ਨੇ, ਤੇ ਸਾਰਾ ਕੁਝ ਕੀ ਹੋਇਆ। ਬਿਹਾਰ ਸ਼ਾਂਤੀ ਜਿੱਥੇ ਬਹਾਲ ਕਰਨ ਲਈ ਨਿਤਿਸ਼ ਕੁਮਾਰ ਜੀ ਆਇਆ, ਬਿਹਾਰ ਤਦ ਉੱਥੇ ਬਚਿਆ ਨਹੀਂ। ਤੇ ਬਿਹਾਰ ਦੇ ਵਿੱਚ ਬੜੀ ਤੋੜ ਭੰਨ, ਬੜਾ ਕੁਝ ਹੁੰਦਾ, ਲੁੱਟ ਖਸੁੱਟ ਹੁੰਦਾ, ਰੰਗਦਾਰੀ ਇਹਨੂੰ ਕਹਿੰਦੇ ਆ। ਜਦੋਂ ਰਿਸ਼ਵਤ ਦਾ ਮਾਮਲਾ, ਉਹ ਰੰਗਦਾਰੀ ਉੱਥੇ ਚੱਲਦੀ ਰਹੀ ਹੈ। ਪਰ ਬਾਕਾਇਦਾ ਤੌਰ 'ਤੇ ਜੇ ਅਸੀਂ ਕਹੀਏ ਪੂਰੇ ਸੂਬਿਆਂ ਦੇ ਨਿਸਬਤ ਜੋ ਹੈਗਾ, ਪੰਜਾਬ ਇਸ ਗੱਲੋਂ ਹਿਸਾਬ ਨਾਲ ਬਚਿਆ ਵੀ ਹੈਗਾ। ਔਰ ਇੱਥੇ ਕੋਈ ਇਸ ਤਰ੍ਹਾਂ ਦੇ ਘੁਟਾਲੇ ਘੱਟ ਹੁੰਦੇ ਆ। ਜ਼ਮੀਨਾਂ ਵੰਡ ਕੇ ਜਿਹੜੀਆਂ ਨਹੀਂ ਦਿੱਤੀ ਜਾਂਦੀ, ਰਿਸ਼ਵਤ ਜਿੰਨੀ ਮਾੜੀ ਮੋਟ ਹੈਗੀ ਆ ਇਹ ਤਾਂ ਹੋਊਗੀ, ਕਿਉਂਕਿ ਬਾਹਰਲੇ ਪੂਰੇ ਹਿੰਦੁਸਤਾਨ 'ਚ ਬਾਹਰਲੇ ਦੇਸ਼ਾਂ 'ਚ ਵੀ ਰਿਸ਼ਵਤ ਹੈਗੀ ਹੈ, ਅਤੇ ਪੰਜਾਬ ਤੋਂ ਕਿੱਦਾਂ ਪਿੱਛੇ ਰਹਿ ਸਕਦਾ। ਪੰਜਾਬ ਵੀ ਨਾਲ ਰਹੂਗਾ, ਪਰ ਮੋਰੀ ਨਹੀਂ, ਮੋਰੀ ਪਰ ਉਹ ਨਹੀਂ। ਜਦੋਂ ਇਹ ਸਾਡੇ ਬਲੱਡ ਵਿੱਚ ਹੀ ਆ ਗਈ, ਖੂਨ 'ਚ ਆ ਗਈ ਹੈ, DNA 'ਚ ਵੜ ਗਈ ਹੈ, ਇਹ ਵੀ ਕਹਿੰਦੇ ਨੇ, ਬਸ ਉਹ ਆ ਗਿਆ। ਇਸ ਕਰਕੇ ਇਹਨੂੰ ਨਹੀਂ ਕੱਢ ਸਕਦਾ ਕੋਈ, ਰਿਸ਼ਵਤ ਰਹੂਗੀ। ਆਪਣੇ ਵੀ ਰੋਜ਼ ਪਟਵਾਰੀ, ਤਹਿਸੀਲਦਾਰ, ਕਾਨੂੰਗੋਜ਼ ਤੇ ਸਾਰੇ ਫੜੇ ਰਹਿੰਦੇ ਆ ਕਿ ਕਿਤੋਂ ਰਿਸ਼ਵਤ ਲੈਂਦੀ, ਕਿਸੇ ਫਰਦ ਲੈਣੀ ਹੈ, ਕਿਸੇ ਗਰਦਾਰੀ ਦੇ ਪੈਸੇ ਹੈ, ਕਿਤੇ ਜ਼ਮੀਨ ਦੀ ਰਜਿਸਟਰੀ ਹੈ। ਅੱਜ ਕੱਲ੍ਹ ਸਟ੍ਰਾਈਕ 'ਤੇ ਚੱਲ ਰਹੇ ਆ, ਸਟ੍ਰਾਈਕ ਇਹਨਾਂ ਦੀ ਹੈਗੀ ਸੀ, ਸ਼ਾਇਦ ਬਹਾਲ ਹੋ ਗਈ, ਹੁਣ ਕੰਮ ਹੋ ਜਾਊਗਾ ਕਿ ਰਜਿਸਟਰੀਆਂ ਨਹੀਂ ਹੋ ਰਹੀਆਂ। ਲੋਕ ਵਿਚਾਰੇ ਕਾਗਜ਼ਾਤ ਲੈ ਕੇ ਵਸੀਕਾਂ ਨੂੰ ਇਸ ਤੋਂ ਲਕਸ਼ਾਂ 'ਚ ਲੈ ਕੇ ਤੁਰੇ ਫਿਰਦੇ ਆ। ਇਹ ਹੈਗਾ ਖੱਜਲ ਖੁਆਰੀ ਲੋਕਾਂ ਨੂੰ ਹੈਗੀ। ਬਿਲਕੁਲ। ਇੱਥੇ ਨਾ ਮੈਂ ਇੱਕ ਬਹੁਤ ਵੱਡੀ ਗੱਲ ਕਹਿਣ ਲੱਗਾ, ਜੀ ਜੀ, ਕਿਉਂਕਿ ਫਿਰ ਉਸ ਤੋਂ ਬਾਅਦ ਉਸੇ ਮਸਲੇ ਤੇ ਆਉਣਾ ਹੈ। ਬਹੁਤ ਵੱਡੀ ਗੱਲ ਮੈਂ ਇਸ ਕਰਕੇ ਕਹਿਣ ਲੱਗਾ ਕਿ ਪੰਜਾਬ ਨੂੰ ਕਿਹਾ ਜਾਂਦਾ ਕਿ ਗੁਰੂ ਸਾਹਿਬਾਨ ਦੀ ਧਰਤੀ ਹੈ। ਪੰਜਾਬ ਗੁਰੂਆਂ ਦੇ ਨਾਂ ਤੋਂ ਜਾਣਿਆ ਜਾਂਦਾ। ਤੇ ਜਿਹੜੇ ਵੀ ਸਾਡੇ ਵੀਰ ਦਸਤਾਰ ਸਜਾਉਂਦੇ ਨੇ ਗੁਰੂ ਸਾਹਿਬ ਦੀ ਬਖਸ਼ੀ ਹੋਈ, ਜੇ ਉਹ ਕਿਤੇ ਰਿਸ਼ਵਤ ਲੈਂਦੇ ਨੇ, ਇਹ ਜੱਚਦੀ ਨਹੀਂ ਗੱਲ, ਕਿਉਂਕਿ ਦਸਤਾਰ ਸਜਾ ਕੇ ਅਸੀਂ ਰਿਸ਼ਵਤ ਲੈਂਦੇ ਚੰਗੇ ਨਹੀਂ ਲੱਗਦੇ, ਫੱਬਦੇ ਨਹੀਂ ਹੈਗੇ। ਸਹੀ ਗੱਲ, ਇਹ ਤਾਂ ਗੱਲ ਤੁਹਾਡੀ ਅੱਛੀ ਹੈ। ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਇਹਨਾਂ ਨੂੰ ਤਾਂ ਆਪਣੀ ਨੇਕ ਕਮਾਈ 'ਚੋਂ ਦਸਵੰਧ ਪਾਉਣਾ ਚਾਹੀਦਾ। ਲੰਗਰ ਵਿੱਚ, ਲੋਕਾਂ ਦੀ ਲੋੜਾਂ ਵਿੱਚ, ਜਿਹੜੇ ਲੋਕ ਬੇਸਹਾਰਾ ਨੇ ਉਹਨਾਂ ਨੂੰ ਬਿਪਤਾ 'ਤੇ ਜਾਣਾ ਚਾਹੀਦਾ ਹੈ। ਗੁਰੂ ਸਾਹਿਬਾਨ ਦਾ ਫਰਮਾਨ ਆ, 10 ਗੁਰੂਆਂ ਦਾ ਫਰਮਾਨ ਆ, ਬਾਣੀ ਵੀ ਆਉਂਦੀ ਆ, ਬਾਣੀ ਦੇ ਵਿੱਚ ਵੀ ਹੈਗਾ, ਬਾਣੀ 'ਚ ਵੀ ਫਰਮਾਨ ਹੈਗਾ, ਸੋਚੇ ਸੋਚ ਨਾ ਹੋਵੇ, ਜੇ ਸੋਚੇ ਲੱਖ ਵਾਰ, ਚੁੱਪੇ ਚੁੱਪ ਨਾ ਹੋਵੇ, ਜੇ ਲਾਏ ਰਾਹ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੇ, ਜੇ ਬੰਨਾ ਪੁਰੀਆਂ ਪਾਰ, ਸਹਿ ਸਿਆਣਪਨ ਲੱਖ ਹੋਏ, ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਏ, ਕਿ ਕੂੜੇ ਟੁੱਟੇ ਪਾਰ, ਕੂੜੇ ਟੁੱਟੇ ਪਾਰ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜਦੋਂ ਇਹ ਗੱਲ ਸਮਝਾ ਦਿੱਤੀ ਗਈ ਹੈ, ਇਹ ਗੁਰੂ ਸਾਹਿਬ ਨੇ ਕਿਹਾ ਫਰਮਾਨ, ਔਰ ਦੇਖਿਆ ਜਾਵੇ ਤੇ ਬਲਕਾਰ ਜੀ ਸੋਲੂਸ਼ਨ ਇਹੋ ਹੈ। ਜੀ ਜੀ ਜੀ, ਬਿਲਕੁਲ। ਇਸ ਰਿਸ਼ਵਤ ਦਾ, ਬੇਈਮਾਨੀ ਦਾ ਹੱਲ ਇਹੋ ਹੈ। ਗੁਰੂ ਸਾਹਿਬ ਦਾ ਰਸਤਾ, ਹੋਰ ਕੋਈ ਹੱਲ ਨਹੀਂ। ਜੇ ਤੁਸੀਂ ਦਸਤਾਰ ਦੀ ਗੱਲ ਕੀਤੀ, ਮੈਂ ਤਦੇ ਗੁਰਬਾਣੀ ਦਾ ਫਰਮਾਨ ਆਪਣੇ ਦਰਸ਼ਕਾਂ ਅੱਗੇ ਰੱਖਿਆ। ਬਿਲਕੁਲ, ਕਿ ਗੁਰਬਾਣੀ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਨੇ, ਜੇ ਅਸੀਂ ਉਹਨਾਂ ਤੇ ਅਮਲ ਕਰੀਏ ਤੇ ਕੋਈ ਵੀ ਭੁੱਖਾ ਨਹੀਂ ਰਹਿ ਸਕਦਾ। ਗੁਰੂ ਸਾਹਿਬ ਦਾ ਲੰਗਰ ਅਟੁੱਟ ਵਰਤਦਾ। ਇਹ ਦਸਤਾਰ ਦੀ ਗੱਲ ਮੈਂ ਤਾਂ ਕੀਤੀ ਕਿ ਅੱਗੇ ਦਸਤਾਰ ਦੀ ਹੀ ਗੱਲ ਹੋਣੀ ਹੈ ਜਦੋਂ ਸਿੱਖਾਂ ਲਈ ਰਾਖਵੀਆਂ ਹੋਣ ਸੀਟਾਂ ਜੰਮੂ ਤੇ ਕਸ਼ਮੀਰ ਦੇ ਵਿੱਚ। ਇਹ ਵਿਧਾਨ ਸਭਾ ਦੇ ਵਿੱਚ ਸੁਖਬੀਰ ਬਾਦਲ ਇਹ ਬਿਆਨ ਦੇ ਰਹੇ ਨੇ। ਨਾ ਗੱਲ ਅੱਛੀ ਤੇ ਢੁਕਵੀਂ ਕਹੀ ਉਹਨਾਂ ਨੇ, ਕਿਉਂਕਿ ਉਹਨਾਂ ਨੇ ਕਿਹਾ ਹੈਗਾ ਕਿ ਉੱਥੇ ਕਮਿਊਨਿਟੀ ਦੇ ਲਿਹਾਜ਼ ਨਾਲ ਹਿੰਦੂਆਂ ਲਈ ਵੀ 2 ਸੀਟਾਂ ਉੱਥੇ ਬਰਕਰਾਰ ਨੇ, ਉੱਥੇ ਮਿਲਦੀਆਂ ਵਾ। ਔਰ ਸਿੱਖਾਂ ਲਈ ਉਹਨਾਂ ਤਦ ਕਰਿਆ ਕਿ 1947 'ਚ ਮਕਬੂਜ਼ਾ ਕਸ਼ਮੀਰ ਬਣਿਆ ਸੀਗਾ, ਉਹਦੇ 'ਚ ਬਹੁਤ ਸਿੱਖ ਹਿਜਰਤ ਕਰਕੇ ਕਸ਼ਮੀਰ ਵਿੱਚ ਆ ਵਸੇ। ਔਰ ਇਹਦੇ ਵਿੱਚ ਜਿਹੜਾ ਮੈਜੋਰਿਟੀ ਆ, ਜਿਹੜਾ ਬਹੁਤ ਮਾਤਾ ਮੁਸਲਮਾਨਾਂ ਦਾ ਉੱਥੇ ਹੈਗਾ। ਔਰ ਉਮਰ ਅਬਦੁੱਲਾ ਜੀ ਉੱਥੇ ਮੁੱਖ ਮੰਤਰੀ ਰਹੇ, ਮਹਿਬੂਬਾ ਜੀ ਰਹੇ ਉੱਥੇ, ਔਰ ਬਹੁਤ ਮੁਸਲਮਾਨ ਖਾਸ ਤੌਰ 'ਤੇ ਰਹਿੰਦੇ ਉੱਥੇ। ਇਹਨਾਂ ਨੇ ਕਿਹਾ ਕਿ ਸਾਨੂੰ ਵੀ 2 ਸੀਟਾਂ ਸਾਡੀ ਗਿਣਤੀ ਦੇ ਲਿਹਾਜ਼ ਨਾਲ ਮਿਲਣੀਆਂ ਚਾਹੀਦੀਆਂ, ਨਾ ਕਿ ਅਕਾਲੀ ਦਲ ਨੂੰ, ਨਾ ਕਿ ਕਿਸੇ ਨੂੰ, ਸਿਰਫ ਤੇ ਸਿਰਫ ਜਿਹੜੇ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਉਹਨਾਂ ਲਈ ਰਿਜ਼ਰਵ 2 ਸੀਟਾਂ ਹੋਣੀਆਂ ਚਾਹੀਦੀਆਂ, ਤਾਂ ਕਿ ਉਹ ਆਪਣੇ ਲੋਕਾਂ ਲਈ, ਆਪਣੇ ਸਮੁਦਾਇ ਲਈ, ਆਪਣੀ ਕਮਿਊਨਿਟੀ ਲਈ ਕੋਈ ਕਾਰਜ ਕਰ ਸਕਣ, ਲੋਕਾਂ ਦੇ ਮੁਸੀਬਤਾਂ ਨੂੰ ਝੱਲ ਸਕਣ, ਲੋਕਾਂ ਦੇ ਵਿਕਾਸ ਨੂੰ ਵੇਖ ਸਕਣ। ਕਿਉਂਕਿ ਉਹਨਾਂ ਦੇ ਬੱਚੇ ਵੀ ਉੱਥੇ ਪੜ੍ਹਦੇ ਆ, ਉਹਨਾਂ ਨੂੰ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ
ਜਿਹੜੀਆਂ ਫੀਸਾਂ ਨੇ ਜਾਂ ਉਹਨਾਂ ਦੇ ਵਿੱਚ ਪੜ੍ਹਾਈ ਦੇ ਲਈ ਸਹੂਲਤਾਂ ਨੇ ਜਾਂ ਲੋਕਾਂ ਦੀਆਂ ਸੜਕਾਂ ਪਿੰਡਾਂ ਵਿੱਚ ਰਹਿੰਦੇ ਨੇ ਉੱਥੇ ਆ, ਉਹਦੇ ਵਿੱਚ ਕਈ ਪਿੰਡਾਂ ਦੇ ਪਿੰਡ ਸਿੱਖਾਂ ਦੇ ਹੈਗੇ ਉੱਥੇ ਜੰਮੂ ਕਸ਼ਮੀਰ ਵਿੱਚ। ਔਰ ਇੱਕ ਵਾਰੀ ਜਦੋਂ ਡਾਕਟਰ ਮਨਮੋਹਨ ਸਿੰਘ ਜੀ ਨੇ ਉੱਥੇ ਜਾਣਾ ਸੀਗਾ ਔਰ ਉਦੋਂ ਪਹਿਲਾਂ ਹੀ ਉੱਥੇ ਉਹਨਾਂ ਨੇ ਪਿੰਡ ਦੇ ਵਿੱਚ ਬਹੁਤ ਸਿੱਖਾਂ 'ਤੇ ਨੁਕਸਾਨ ਪਹੁੰਚਾਇਆ ਸੀ, ਬਹੁਤ ਮਾਰ ਦਿੱਤੇ ਗਏ ਸੀਗੇ। ਕਈ ਚੀਜ਼ਾਂ ਇੱਥੇ ਹੁੰਦੀਆਂ। ਔਰ 1990 ਦੇ ਵਿੱਚ ਬਹੁਤ ਵਾਰੀ ਜਿਹੜੀ ਹਿੰਦੂ ਕਮਿਊਨਿਟੀ ਆ ਉੱਥੋਂ ਹਿਜਰਤ ਕਰਕੇ ਆ ਗਏ ਸੀ, ਆਪਣੀ ਪ੍ਰਾਪਰਟੀ ਛੱਡ ਕੇ ਆ ਗਏ ਸੀਗੇ। ਇਹ ਬਹੁਤ ਕੁਛ ਰਿਹਾ ਔਰ ਤਦੇ ਕਰਕੇ ਕਸ਼ਮੀਰੀ ਪੰਡਤਾਂ ਵਾਸਤੇ ਉਹਨਾਂ ਵਾਲੇ ਪੰਡਤ ਜੀ ਆ ਗਏ ਸੀ ਉੱਥੋਂ। ਔਰ ਹੁਣ ਇਹਨਾਂ 370 ਦਾ ਤਦੇ ਆਰਟੀਕਲ ਨੂੰ ਜਿਹੜਾ ਨਾ ਬਰਖਾਸਤ ਕਰਕੇ ਉੱਥੇ ਜਿਹੜਾ ਉਹਨਾਂ ਨੇ ਨਵਾਂ ਕਾਨੂੰਨ ਸ਼ੁਰੂ ਕਰਕੇ ਔਰ ਉਹਨੂੰ ਯੂਟੀ ਦੇ ਅੰਡਰ ਲੈ ਲਿਆ ਸੀਗਾ, ਯੂਨੀਅਨ ਟੈਰੀਟਰੀ ਦੇ ਅੰਡਰ ਲੈ ਲਿਆ ਸੀਗਾ। ਔਰ ਇਹ ਕੀਤਾ ਸੀ ਮੌਜੂਦਾ ਸਰਕਾਰ ਨੇ, ਕੇਂਦਰ ਸਰਕਾਰ ਨੇ, ਬੀਜੇਪੀ ਨੇ। ਔਰ ਉਹ ਅਜੇ ਤੱਕ ਇਹ ਸਮੂਥਲੀ ਚੱਲ ਰਿਹਾ। ਔਰ ਉਹਦੇ ਵਿੱਚ ਗੜਬੜ ਜਿਹੜੀ ਹੁੰਦੀ ਸੀ ਸਭ ਤੋਂ ਪਹਿਲਾਂ ਉੱਥੇ ਹੁੰਦੀ ਸੀਗੀ। ਇੱਕ ਬਹੁਤ ਵੱਡਾ ਇਸ਼ੂ ਬਣ ਗਿਆ ਸੀਗਾ ਹਿੰਦੁਸਤਾਨ ਦਾ, ਇੰਡੀਆ ਦਾ। ਔਰ ਕੋਈ ਸਰਕਾਰ ਇਹਨੂੰ ਚੱਲ ਨਹੀਂ ਸਕੀ, ਕਿਸੇ ਨੇ ਕੀਤਾ। ਵੈਸੇ ਮੌਜੂਦਾ ਸਰਕਾਰ ਨੇ ਇਹ ਕਰ ਦਿੱਤਾ ਔਰ ਯੂਟੀ ਦੇ ਅੰਡਰ ਲੈ ਲਿਆ। ਔਰ ਉਹਦੇ ਵਿੱਚ ਲੇਹ ਲਦਾਖ ਦਾ ਕੁਝ ਏਰੀਆ, ਕੁਝ ਜਿਹੜੇ ਲੱਗਦੇ ਸੀ ਬਾਰਡਰ ਨਾਲ। ਔਰ ਇਹ ਉੱਥੇ ਇਸ ਕਰਕੇ ਹਮੇਸ਼ਾ ਅੱਗ ਧੁਖਦੀ ਰਹਿੰਦੀ ਸੀ। ਔਰ ਉਹਦੇ ਪਿੱਛੇ ਪਾਕਿਸਤਾਨ ਸੀਗਾ, ਪਾਕਿਸਤਾਨ ਦੇ ਨਾਲ ਲੱਗਦਾ ਇਲਾਕਾ ਜਿਹੜਾ ਸੀਗਾ ਉੱਥੇ ਹੁੰਦਾ ਸੀ। ਇੱਥੋਂ ਤੱਕ ਆ ਗਿਆ ਸੀ ਕਿ ਪਲੈਬੀਸਾਈਟ ਕਰਾ ਲਓ, ਜਨਮਤ ਸੰਗ੍ਰਹਿ ਕਰਾ ਕੇ ਵੇਖ ਲਓ ਕਿ ਕੌਣ ਕਿੱਥੇ ਰਹਿ ਸਕਦਾ, ਇਹਨਾਂ ਨੂੰ ਉੱਧਰ ਭੇਜ ਦਿਓ, ਜਿੱਦਾਂ ਇੰਗਲੈਂਡ ਵਿੱਚ ਵੀ ਕਰਨ ਲੱਗੇ ਸੀਗੇ। ਪਰ ਇਹਦੇ ਵਿੱਚ ਬਹੁਤ ਨੀਤੀਵਾਨ ਜਿਹੜੇ ਸੂਝਵਾਨ ਨੇ ਉਹਨਾਂ ਕਿਹਾ ਇਹ ਨਾ ਕਰਾ ਲਿਓ ਕਿਤੇ, ਇਹ ਸਾਰੇ ਰਲ ਜਾਣੇ ਜੇ ਉੱਧਰ, ਕਿਉਂਕਿ ਮੈਜੋਰਿਟੀ ਜਿਹੜੀ ਹੈਗੇ ਮੁਸਲਮਾਨਾਂ ਦੀ ਹੈ। ਉਹਨਾਂ ਚੁੱਪ ਕਰਕੇ ਪਾਕਿਸਤਾਨ ਨਾਲ ਜਾ ਰਲਣਾ ਸੀ। ਕਈ ਵਾਰੀ ਸਾਡੇ ਦੇਸ਼ ਦੇ ਤਿਉਹਾਰ ਨਹੀਂ ਮਨਾਉਂਦੇ, ਜਿਹੜੇ ਜਦੋਂ ਝੰਡਾ ਲਹਿਰਾਉਣਾ ਪੈਂਦਾ ਨਹੀਂ ਮਨਾਉਂਦੇ, ਉੱਥੇ ਮੈਜੋਰਿਟੀ ਉਹਨਾਂ ਲੋਕਾਂ ਦੀ ਪਾਕਿਸਤਾਨੀਆਂ ਦੇ ਨਾਲ ਲੱਗ ਜਾਂਦੀ ਹੈਗੀ। ਇਸ ਕਰਕੇ ਕੇਂਦਰ ਸਰਕਾਰ ਨੂੰ ਸਮਝ ਆ ਜਾਂਦੀ ਕਿ ਇੱਥੇ ਆ ਕੀ ਹੈਗਾ। ਲੋਕ ਜਿਹੜੇ ਹੈਗੇ ਆ ਡੈਮੋਕ੍ਰੇਸੀ 'ਚ ਰਹਿਣਾ ਚਾਹੁੰਦੇ, ਕੁਝ ਲੋਕ ਜਿੱਦਾਂ ਸਾਡੇ ਉੱਤੇ ਹਿੰਦੂ ਨੇ, ਸਿੱਖ ਨੇ ਔਰ ਹੋਰ ਕਮਿਊਨਿਟੀਆਂ ਵੀ ਹੈਗੀਆਂ। ਵੈਸੇ ਉੱਥੇ ਮਿਕਸ ਕਮਿਊਨਿਟੀ ਹੈਗੀਆਂ, ਵੱਖਰੇ ਵੱਖਰੇ ਧਰਮ ਨੇ, ਪਰ ਫਿਰ ਵੀ ਹੁਣ ਸ਼ਾਂਤੀ ਹੈ। ਸ਼ਾਂਤੀ ਹੈ ਔਰ ਸ਼ਾਂਤੀ ਹਮੇਸ਼ਾ ਬਰਕਰਾਰ ਰਹਿਣੀ ਚਾਹੀਦੀ ਹੈ। ਚਲੋ ਇਹ ਵੀ ਇੱਕ ਮੁੱਦਾ ਹੈ, ਇਹ ਵੀ ਗੱਲਬਾਤ ਹੈ। ਔਰ ਵੈਸੇ ਵੀ ਘੱਟ ਗਿਣਤੀਆਂ ਬਾਰੇ ਗੱਲਬਾਤ ਹੁੰਦੀ ਰਹਿੰਦੀ ਹੈ। ਜਿਹੜਾ ਇੱਕ ਸਾਂਝਾ ਕੋਡ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ, ਉਹ ਵੀ ਗੱਲਬਾਤ ਚੱਲ ਰਹੀ ਹੈ। ਸਮਾਂ ਵੀ ਹੋ ਗਿਆ, ਸਮਾਂ ਵੀ ਹੋ ਗਿਆ। ਬਸ ਜਾਂਦੇ ਜਾਂਦੇ ਇਹੀ ਕਵਾਂਗੇ ਕਿ ਹੜ੍ਹਾਂ ਦੀ ਮਾਰ ਹਜੇ ਵੀ ਪੰਜਾਬ ਦੇ ਵਿੱਚ ਅਸਰ ਕਰਦੀ ਪਈ ਹੈ। ਫਿਰ ਤੋਂ ਅਲਰਟ ਜਾਰੀ ਹੈ ਪੂਰੇ ਪੰਜਾਬ ਦੇ ਵਿੱਚ, ਕਿਉਂਕਿ ਬਾਰਿਸ਼ ਫਿਰ ਹੋ ਰਹੀ ਹੈ ਤੇ ਕਈ ਥਾਂ ਦੇ ਉੱਤੇ ਹੋ ਸਕਦਾ ਦਰਿਆਵਾਂ ਦਾ ਪਾਣੀ ਚੜ੍ਹੇ। ਪਰ ਬਨਵਾਰੀ ਲਾਲ ਪੁਰੋਹਿਤ ਜੀ ਜੋ ਸਾਡੇ ਗਵਰਨਰ ਨੇ, ਉਹ ਕਹਿੰਦੇ ਨੇ ਕਿ ਕੇਂਦਰ ਵੱਲੋਂ ਵੀ ਟੀਮ ਪਹੁੰਚੇਗੀ, ਰਿਫੰਡ ਆਏਗਾ, ਮੁਆਵਜ਼ੇ ਵੀ ਹੋਣਗੇ, ਕੇਂਦਰ ਦੀ ਟੀਮ ਵੀ ਆਏਗੀ ਜੋ ਸਾਰਾ ਜਾਂਚ ਕਰੇਗੀ। ਸੋ ਕਈ ਪ੍ਰਤੀਨਿਧੀ ਮਿਲਦੇ ਵੀ ਪਏ ਨੇ ਉਹਨਾਂ ਨੂੰ, ਤੇ ਇੱਧਰ ਸਰਕਾਰ ਵੀ ਆਪਣੀਆਂ ਕੋਸ਼ਿਸ਼ਾਂ ਕਰਦੀ ਪਈ ਹੈ, ਸਾਰੇ ਮਿਲ ਕੇ, ਔਰ ਪਬਲਿਕ ਵੀ ਆਪਣੇ ਲੈਵਲ ਦੇ ਉੱਤੇ ਕੰਮ ਕਰਦੀ ਪਈ ਹੈ। ਕੇਂਦਰ ਤੇ ਰਾਜ ਸਰਕਾਰ ਮਿਲ ਕੇ ਜਿਹੜਾ ਫੰਡ ਆ ਇਕੱਠਾ ਕਰਕੇ ਸਾਰੇ ਪੰਜਾਬ 'ਚ ਵੰਡ ਦੇਣਗੇ, ਦੇ ਦੇਣਗੇ, ਤੇ ਲੋਕ ਫਿਰ ਦੁਬਾਰਾ ਉਸੇ ਪੋਜੀਸ਼ਨ 'ਚ ਆ ਸਕਦੇ ਆ। ਉਸੇ ਤਰ੍ਹਾਂ ਦੀ ਖੇਤੀਬਾੜੀ ਹੋ ਜਾਊਗੀ, ਕਿਉਂਕਿ ਇਸ ਵੇਲੇ ਝੋਨਾ ਰੁੜ ਗਿਆ ਬਹੁਤ ਜ਼ਿਆਦਾ। ਔਰ ਉਹ ਨਵਾਂ ਝੋਨਾ ਲਾਉਣ ਲਈ ਵੀ ਪਨੀਰੀ ਚਾਹੀਦੀ ਹੈ, ਪੈਸਾ ਚਾਹੀਦਾ, ਲੇਬਰ ਚਾਹੀਦੀ ਆ। ਔਰ ਉਹ 'ਚ ਮੱਕੀ ਵੀ, ਕੁਛ ਜਿਹੜਾ ਇਲਾਕਾ ਸਾਫ਼ ਸੁਥਰਾ ਹੈਗਾ ਉੱਥੇ ਮੱਕੀ ਵੀ ਬੀਜਣੀ ਆ। ਔਰ ਸੌਣੀ ਦੀਆਂ ਫਸਲਾਂ ਜਿਹੜੀਆਂ ਬੀਜਣ ਲਈ ਪੈਸਾ ਚਾਹੀਦਾ, ਬੀਜ ਚਾਹੀਦਾ, ਔਰ ਵਿਗਿਆਨੀ ਚਾਹੀਦੀ ਆ, ਮਿੱਟੀ ਪਰਖ ਵੇਖਣੀ ਚਾਹੀਦੀ ਆ, ਉਹਦੀ ਸੋਇਲ ਟੈਸਟਿੰਗ ਵੇਖਣੀ ਚਾਹੀਦੀ ਆ। ਔਰ ਉਹ ਬੜਾ ਕੁਛ ਉੱਥੇ ਮੰਗ ਰਹੇ ਕਿਸਾਨਾਂ ਨੂੰ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ, ਖੇਤੀਬਾੜੀ ਮਹਿਕਮਾ ਜਿਹੜਾ ਪੰਜਾਬ ਸਰਕਾਰ ਦਾ, ਗਵਰਨਰ ਸਾਹਿਬ ਔਰ ਕੇਂਦਰ, ਇਹ ਜੁਆਇੰਟਲੀ ਮਿਲਣਗੇ ਤੇ ਫਿਰ ਪੰਜਾਬ ਆਪਣੀਆਂ ਉਹਨਾਂ ਫਿਰ ਪੋਜੀਸ਼ਨ ਤੇ ਪਹੁੰਚ ਸਕਦਾ। ਬਿਲਕੁਲ ਪੋਜੀਸ਼ਨ ਤੇ, ਕਿਉਂਕਿ ਇਸ ਤਰ੍ਹਾਂ ਦੀ ਆਪਦਾ ਤੋਂ ਬਾਅਦ ਮੁੜ ਤੋਂ ਜੀਵਨ ਸ਼ੁਰੂ ਕਰਨ ਵਾਲੀ ਸਥਿਤੀ ਹੁੰਦੀ ਹੈ ਕਿ ਮੁੜ ਤੋਂ ਜੀਵਨ ਸ਼ੁਰੂ ਕਰਨਾ ਹੈ, ਮੁੜ ਤੋਂ ਟਰੈਕ ਤੇ ਆਉਣਾ। ਸੋ ਅਸੀਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਹਾਂ ਪੰਜਾਬ ਮੁੜ ਤੋਂ ਟਰੈਕ ਤੇ ਆਵੇ। ਜੀ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਬਲਕਾਰ ਜੀ ਚੱਲੀਏ। ਜ਼ਰੂਰ ਜੀ, ਸਤਿ ਸ਼੍ਰੀ ਅਕਾਲ।